ਕਿ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਇਸ ਵਕਤ ਦੀਆਂ ਤਾਜ਼ਾ ਅਪਡੇਸ਼ਨਸ ਨੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਆਪਣੀ ਐਪਲੀਕੇਸ਼ਨ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਜਾਂ ਇਸ ਵਕਤ ਜੋ ਪ੍ਰੋਸੈਸ ਚੱਲਦੇ ਪਏ ਨੇ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਤੇ ਹੁਣ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਇਸ ਵਕਤ ਕੀ ਤਾਜ਼ਾ ਅਪਡੇਸ਼ਨ ਹੈਗੀ ਆ ਉਹਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਮਿਸਟਰ ਜ਼ੋਰਾ ਸਿੰਘ ਕੈਂਥ। ਜ਼ੋਰਾ ਜੀ, ਸਵਾਗਤ ਹੈ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਮੇਰੀ ਇੰਟਰ ਟੀਮ ਵੱਲੋਂ ਟੋਰਾਂਟੋ ਆਫਿਸ ਵੱਲੋਂ ਤੇ ਵਿਨਿਪੈਗ ਆਫਿਸ ਵੱਲੋਂ ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਤਰਨਜੀਤ, ਬਹੁਤ ਵਧੀਆ। ਸਰ, ਪੈਂਡੈਮਿਕ ਦੀ ਗੱਲ ਕਰੀਏ, ਜਦੋਂ 2019 ਦੇ ਵਿੱਚ ਪੈਂਡੈਮਿਕ ਕਰਕੇ ਸ਼ੁਰੂਆਤ ਹੋਈ ਸੀ ਤਾਂ ਉਦੋਂ ਬਹੁਤ ਸਾਰੇ ਲੋਕ ਜਿਹੜੇ ਸੀ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਆਪਣੇ ਮੁਲਕਾਂ ਵਿੱਚ ਸਟਕ ਹੋ ਗਏ ਸੀ। 2019 ਇਮੀਗ੍ਰੇਸ਼ਨ ਪੱਖੋਂ ਕੋਈ ਬਹੁਤਾ ਵਧੀਆ ਨਹੀਂ ਰਿਹਾ, ਪਰ 2021 ਦੀ ਗੱਲ ਕਰੀਏ ਤਾਂ ਕਰਕੇ ਕਾਫੀ ਗੁੱਡ ਨਿਊਜ਼ ਆ ਰਹੀਆਂ ਨੇ, ਖਾਸ ਤੌਰ ਤੇ ਜਿਹੜੇ ਸਟੂਡੈਂਟਸ ਆ ਰਹੇ ਨੇ ਜਾਂ ਵਰਕ ਪਰਮਿਟ ਹੋਲਡਰਸ ਆ ਰਹੇ ਨੇ। ਜਿਹੜਾ ਇਸ ਵਕਤ ਇਸ ਸਾਲ ਦਾ ਸਭ ਤੋਂ ਵੱਡਾ ਜੋ ਕੈਨੇਡੀਅਨ ਹਿਸਟਰੀ ਦੇ ਵਿੱਚ ਇਮੀਗ੍ਰੇਸ਼ਨ ਹਿਸਟਰੀ ਦੇ ਵਿੱਚ ਗੱਲ ਕੀਤੀ ਜਾਵੇ, ਸਭ ਤੋਂ ਲੋਐਸਟ CEC ਪੁਆਇੰਟ ਗਿਆ 75 ਪੁਆਇੰਟਸ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਤਰਨ ਜੀ, ਜਿਹੜਾ 75 ਦਾ ਜਿਹੜਾ ਡਰਾ ਆਇਆਗਾ ਕਟ ਆਫ ਆਇਆ ITA ਇਸ਼ੂ ਹੋਏ 27000 ਅੰਡਰ ਕੈਨੇਡੀਅਨ ਐਕਸਪੀਰੀਅੰਸ ਕਲਾਸ, ਇਟਸੈਲਫ ਇੱਕ ਹਿਸਟਰੀ ਹੈ ਜਦੋਂ ਤੁਸੀਂ ਕਹਿ ਕੇ ਜੋ ਲੋਐਸਟ ਐਵਰ ਹੈਗਾ। ਤੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਤਰਨ ਜੀ ਕਿਤੇ ਨਾ ਕਿਤੇ ਜੋ ਕੈਨੇਡੀਅਨ ਇਮੀਗ੍ਰੇਸ਼ਨ ਦੀ ਅਟੈਂਸ਼ਨਸ ਨੇ ਉਹ ਕਲੀਅਰ ਹੁੰਦੀਆਂ ਨੇ। ਇਸ ਡਰਾ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਨਿਊਜ਼ ਬਾਰੇ ਦੱਸਣਾ ਚਾਹੁੰਦਾ, ਜਿਹਦੇ ਵਿੱਚ ਮਿਨਿਸਟਰ ਨੇ ਕਿਹਾ ਸੀ ਕਿ ਮਿਸਟਰ ਮਾਰਕੋ ਨੇ ਕਿਹਾ ਸੀ, ਇਮੀਗ੍ਰੇਸ਼ਨ ਮਿਨਿਸਟਰ ਨੇ, ਕਿ ਵੀ ਤੁਸੀਂ ਕੈਨੇਡਾ ਜਦੋਂ ਆਉਂਦੇ ਐਜ਼ ਅ ਸਟੂਡੈਂਟ ਅਸੀਂ ਚਾਹੁੰਦੇ ਕਿ ਤੁਸੀਂ ਸਟੱਡੀ ਕਰੋ ਤੇ ਇੱਥੇ ਰਹੋ। ਠੀਕ ਹੈ ਜੀ, ਅਨਲਾਈਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਕੰਟਰੀ ਦੇ ਵਿੱਚ ਕਿਹਾ ਜਾਂਦਾ ਕਿ ਵੀ ਤੁਸੀਂ ਪੜ੍ਹੋ ਤੇ ਵਾਪਸ ਜਾਓ ਜੀ। ਤੇ ਉੱਥੇ ਹੁਣ ਕਿਤੇ ਨਾ ਕਿਤੇ ਜੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਇਹ ਹੋਇਆ ਕਿ 2020 ਦੇ ਵਿੱਚ ਜਿਹੜਾ ਕੋਟਾ ਸੀ, ਜਿਹੜਾ ਟਾਰਗੇਟ ਸੀ ਇਮੀਗ੍ਰੇਸ਼ਨ ਦਾ, ਉਹ ਅਚੀਵ ਨਹੀਂ ਹੋਇਆ। ਉਹਦੇ ਵਿੱਚ 1.5 ਲੱਖ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਚਾਹੀਦੀ ਸੀ ਉਹ ਘੱਟ ਮਿਲੀ ਹੈ। ਤੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਆਪਣੀ ਜਿਹੜਾ ਕਰਿਆ ਹੋਇਆ 2021 ਦੇ ਵਿੱਚ 4 ਲੱਖ ਬੰਦਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਹੈ ਜੀ। ਇਹਦੇ ਬਾਰੇ ਜੀ ਆਪਾਂ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਆਪਾਂ ਉਹਨਾਂ ਦਾ ਸਵਾਲ ਲਾਂਗੇ, ਫਿਰ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਬੋਲ ਰਹੇ ਹਾਂ ਸਰ ਤੋਂ ਕੁਐਸਚਨ ਪੁੱਛਣਾ ਸੀ। ਹਾਂਜੀ ਸਰ। ਮੈਂ ਆਪਣੀ ਮਦਰ ਦੀ ਫਾਈਲ ਲਾਣਾ ਚਾਹਨਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਬੇਸ ਤੇ। ਉਹਨਾਂ ਦੀ 74 ਈਅਰ ਏਜ ਹੈ ਤੇ ਮੇਰੇ ਡੈਡੀ ਡੈਥ ਹੋ ਗਈ ਹੈ ਤੇ ਮੈਂ PNF ਸੇ 6 ਸਾਲ ਤੋਂ ਤੇ ਮੇਰੇ 2 ਸਿਸਟਰਸ ਆ ਮੈਰਿਡ ਹੈ, ਇੰਡੀਆ ਬਿਜ਼ੀ ਹੈ। ਉਹਨਾਂ ਦੀ ਕੋਈ ਚਾਂਸ ਹੈਗਾ ਕਿ ਜੇ ਪੀਆਰ ਹਿਊਮੈਨਿਟੇਰੀਅਨ ਕੰਪੈਸ਼ਨ ਬੇਸ ਤੇ ਲਾਈਏ ਤੇ ਕਿੰਨੇ % ਚਾਂਸ ਆ ਉਹਨਾਂ ਦੇ ਪੀਆਰ ਹੋਣ ਦੇ? 1 ਮਿੰਟ ਲਈ ਤੁਸੀਂ ਹੋਲਡ ਕਰਿਓ। ਜ਼ੋਰਾ ਜੀ, ਤੁਹਾਨੂੰ ਸਵਾਲ ਸਮਝ ਆ ਗਿਆ? ਮੈਂ ਰਿਪੀਟ ਕਰਾਂ। ਇਹ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਦੀ ਗੱਲ ਕਰ ਰਹੇ ਨੇ ਜੀ, ਪਰ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਕਹਿ ਰਹੇ ਨੇ ਕਿ ਫਾਦਰ ਸਾਹਿਬ ਹੈਗੀ। ਸਰ, ਉਹ ਕਹਿ ਰਹੇ ਨੇ ਕਿ ਉਹ ਆਪਣੀ ਮਦਰ ਦੀ ਲਗਾਉਣਾ ਚਾਹੁੰਦੇ ਨੇ ਫਾਈਲ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਦੇ ਉੱਤੇ। ਉਹਨਾਂ ਦੀ ਏਜ 74 ਇਅਰਸ ਹੈ। ਉਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ। ਉਹਨਾਂ ਦੀਆਂ 2 ਸਿਸਟਰਸ ਨੇ ਇੰਡੀਆ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਹੈ। ਸੋ ਆਪਣੀ ਮਦਰ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ। ਕਿੰਨੇ ਚਾਂਸਸ ਨੇ ਉਹਨਾਂ ਦੇ ਕੇਸ ਨੂੰ ਲੈ ਕੇ? ਠੀਕ ਹੈ ਜੀ, ਆਪਾਂ ਜਵਾਬ ਦੇ ਦਿੰਦੇ ਹਾਂ। ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ? ਨਹੀਂ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇ। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ। ਸਰ, ਪਹਿਲਾਂ ਆਪਾਂ ਇਹਨਾਂ ਦਾ ਜਵਾਬ ਹੀ ਦੇ ਦਈਏ, ਫਿਰ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ ਜੀ। ਦੇਖੋ, ਜਿਹੜੀ ਤਰ੍ਹਾਂ ਦੀ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਹੈ, ਕਈ ਐਪਲੀਕੈਂਟ ਇਦਾਂ ਸੋਚਦੇ ਨੇ ਕਿ ਵੀ ਇਹ ਇੱਕ ਅਲਟਰਨੇਟਿਵ ਹੈਗਾ ਫੈਮਿਲੀ ਸਪਾਂਸਰਸ਼ਿਪ ਦਾ, ਕਿ ਵੀ ਜੇ ਤੁਸੀਂ ਫੈਮਿਲੀ ਸਪਾਂਸਰਸ਼ਿਪ ਦੇ ਵਿੱਚ ਤੁਹਾਡਾ ਨੰਬਰ ਨਹੀਂ ਆ ਰਿਹਾ ਜਾਂ ਤੁਹਾਡੀ ਇਨਕਮ ਨਹੀਂ ਮੈਚ ਹੋ ਰਹੀ, ਤੁਸੀਂ ਇਹਨੂੰ ਐਜ਼ ਅ ਅਲਟਰਨੇਟਿਵ ਲੈਂਦੇ ਹੋ। ਇਹ ਅਲਟਰਨੇਟਿਵ ਨਹੀਂ ਹੈਗਾ। ਹਿਊਮੈਨਿਟੇਰੀਅਨ ਕੰਪੈਸ਼ਨੇਟ ਦੇ ਵਿੱਚ ਸਪੈਸ਼ਲ ਕੰਸੀਡਰੇਸ਼ਨ ਮਿਲ ਜਾਂਦੀ ਹੈ ਜੇ ਕੋਈ ਸਪੈਸ਼ਲ ਸਰਕਮਸਟੈਂਸਸ ਹੋਣ। ਸਪੈਸ਼ਲ ਸਰਕਮਸਟੈਂਸਸ ਦਾ ਮਤਲਬ ਇਹ ਹੈ ਕਿ ਵੀ ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ, ਮਦਰ ਹੈਗੇ ਨੇ, ਜੇ ਮਦਰ ਦੀ ਕੋਈ ਮੈਡੀਕਲ ਕੰਡੀਸ਼ਨ ਹੈਗੀ ਆ, ਆਈ ਹੋਪ ਇਹ ਮੇਰੇ ਖਿਆਲ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਨੇ, ਤੇ ਇਹਨਾਂ ਦੀ ਐਸਟੈਬਲਿਸ਼ਮੈਂਟ, ਇਹਨਾਂ ਦੇ ਬੱਚੇ ਕਿੰਨੇ ਨੇ? 1 ਮਿੰਟ ਹੋਲਡ ਕਰੀਏ। ਮੈਂ ਆਪਣੇ ਦਰਸ਼ਕ ਨੂੰ ਕਹਾਂਗੀ ਪਲੀਜ਼ 1 ਮਿੰਟ ਲਈ ਹੋਲਡ ਕਰਿਓ। ਜ਼ੋਰਾ ਜੀ ਆਲਰੇਡੀ ਰਿਪਲਾਈ ਕਰ ਰਹੇ ਨੇ, 1 ਮਿੰਟ ਲਈ ਹੋਲਡ ਕਰਿਓ ਜੀ। ਜ਼ੋਰਾ ਜੀ ਇਹਦੇ ਵਿੱਚ ਜਿਹੜੀ ਫੈਮਿਲੀ ਦੀ ਇਹਨਾਂ ਦੀ ਬੈਕਗ੍ਰਾਉਂਡ ਆ, ਜਿਹੜੇ ਇੱਥੇ ਹੋਸਟ ਫੈਮਿਲੀ ਆ, ਇਹਨਾਂ ਦੀ ਫੈਮਿਲੀ ਦੇ ਵਿੱਚ ਕੌਣ ਹੈਗੇ ਨੇ, ਇਹਨਾਂ ਦੇ ਬੱਚੇ ਕਿੰਨੇ ਨੇ, ਤੇ ਜਿਹੜੇ ਮਦਰ ਨੇ ਉਹ ਸੁਪਰ ਵੀਜ਼ੇ ਤੇ ਆਏ ਹੋਏ ਨੇ ਜਾਂ ਵਿਜ਼ਿਟਰ ਵੀਜ਼ੇ ਤੇ ਆਏ ਹੋਏ, ਉਹਨਾਂ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ, ਤੇ ਇੰਡੀਆ ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਕੀ ਹੈ, ਜਾਂ ਇੰਡੀਆ ਦੇ ਵਿੱਚ ਉਹਨਾਂ ਦੀ ਮਤਲਬ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕੀ ਚੀਜ਼ਾਂ ਇਨਵੋਲਵਡ ਨੇ। ਆਈ ਅੰਡਰਸਟੈਂਡ ਕਿ ਉਹਨਾਂ ਦੀ ਸਿਸਟਰਸ ਮੈਰਿਡ ਨੇ ਇੰਡੀਆ ਦੇ ਵਿੱਚ। There is a chance, but ਮੈਨੂੰ ਕਾਫੀ ਹੋਰ ਡਿਟੇਲ ਪੁੱਛਣੀ ਪੈਣੀ ਆ ਇਹਨਾਂ ਕੋਲੋਂ ਬਿਫੋਰ ਆਈ ਕੈਨ ਸੇ ਕਿ ਹਾਂਜੀ ਆਪਾਂ HMC ਦੀ ਐਪਲੀਕੇਸ਼ਨ ਲਗਾ ਸਕਦੇ ਹਾਂ ਕਿ ਨਹੀਂ। ਜੀ ਜ਼ੋਰਾ ਜੀ, ਆਪਾਂ ਨੂੰ ਕਾਲਸ ਇਸ ਵਕਤ ਬਹੁਤ ਆ ਰਹੀਆਂ ਨੇ। ਆਪਾਂ ਇੱਕ ਇੱਕ ਕਰਕੇ ਪਹਿਲਾਂ ਉਹਨਾਂ ਦੀਆਂ ਕਾਲਸ ਲੈ ਲਈਏ, ਫਿਰ ਆਪਾਂ ਆਪਣੇ ਟੌਪਿਕ ਤੇ ਵੀ ਆਵਾਂਗੇ, ਨਾਲ ਉਹਨਾਂ ਦੀ ਆਨਸਰਸ ਵੀ ਕਰਾਂਗੇ। ਆਪਾਂ ਕਾਲਸ ਅਟੈਂਡ ਕਰ ਲਈ ਪਹਿਲਾਂ। ਹੈਲੋ
ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਜੀ ਤੁਹਾਡਾ? ਹੈਲੋ ਮੇਰਾ ਨਾਮ ਵਰਿੰਦਰ ਹੈ, ਮੈਂ ਇਟਲੀ ਤੋਂ ਬੋਲਦਾ ਜੀ। ਹੈਲੋ, ਮੇਰਾ ਹਾਂਜੀ। ਨਾਮ ਵਰਿੰਦਰ ਹੈ, ਮੈਂ ਇਟਲੀ ਤੋਂ ਬੋਲਦਾ ਮੈਡਮ। ਜੀ ਗੁਰਿੰਦਰ ਜੀ। ਮੈਡਮ ਮੈਂ 2 ਵਾਰ ਵਿਜ਼ਿਟ ਵੀਜ਼ੇ ਤੇ ਕੈਨੇਡਾ ਆ ਚੁੱਕਾ ਹਾਂ, ਪਰ ਮੈਂ ਉਹਨੇ ਪਰਮਾਨੈਂਟ ਆਉਣਾ ਚਾਹੁੰਦਾ, ਜਿੱਦਾਂ ਵਰਕ ਪਰਮਿਟ ਤੇ। ਹੂੰ ਇਹਦੇ ਲਈ ਕੋਈ ਹੈ ਕਿ ਕਦੋਂ ਤੱਕ ਫਲੈਟ ਜਾਂ ਉਦਾਂ ਮੇਰੇ ਲਈ ਕੀ ਹੋ ਸਕਦਾ ਵਾ ਰਾਹ, ਕੋਈ ਇਮੀਗ੍ਰੇਸ਼ਨ ਮੈਂ ਪੱਕੇ ਤੌਰ ਤੇ ਵਰਕ ਪਰਮਿਟ ਤੌਰ ਤੇ ਆਵਾਂ? ਤੁਸੀਂ ਤੁਹਾਡੇ ਕੋਲ ਇਟਲੀ ਦਾ ਕੀ ਤੁਸੀਂ ਨਾਗਰਿਕਤਾ ਹੈ ਜਾਂ ਕੀ ਹੈ ਤੁਹਾਡੇ ਕੋਲ ਇਟਲੀ ਦਾ ਕੋਈ ਹੈ ਸਟੇਟਸ? ਨਹੀਂ, ਮੇਰੇ ਕੋ ਓਪਨ ਵਰਕ ਪਰਮਿਟ ਆ ਇਟਲੀ ਦਾ। ਓਕੇ, ਜਿੱਦਾਂ ਇੱਥੇ ਕਾਰਤਾ ਸਜੋਰ ਨੂੰ ਕਹਿੰਦੇ ਆ। 1 ਮਿੰਟ ਲਈ ਤੁਸੀਂ ਰੁਕਿਓ, ਹੋਲਡ ਕਰਿਓ, ਮੈਂ ਜ਼ੋਰਾ ਜੀ ਨੂੰ ਪੁੱਛਾਂ। ਜ਼ੋਰਾ ਜੀ, ਤੁਹਾਨੂੰ ਸਵਾਲ ਸਮਝ ਆ ਗਿਆ? ਮੈਂ ਰਿਪੀਟ ਕਰਾਂ ਜਾਂ ਤੁਸੀਂ ਆਨਸਰ ਦੋਗੇ ਟੀਵੀ ਸਕਰੀਨ ਤੇ? ਨਹੀਂ, ਮੈਂ ਥੋੜੀ ਜਿਹੀ ਇਹਨਾਂ ਦੀ ਡਿਟੇਲ ਹੋਰ ਜਾਣਨੀ ਚਾਹੁੰਦਾ ਜੀ। ਮੈਂ ਇਹਨਾਂ ਦੀ ਏਜ ਪੁੱਛਣਾ ਚਾਹੁੰਦਾ, ਐਜੂਕੇਸ਼ਨ ਪੁੱਛਣਾ ਚਾਹੁੰਦਾ ਤੇ ਇਹਨਾਂ ਦੇ ਇਹ ਮੈਰਿਡ ਨੇ ਤੇ ਸਪਾਊਸ ਦੀ ਵੀ ਸੇਮ ਡਿਟੇਲ ਪੁੱਛਣੀ। ਜੀ ਸਰ, ਤੁਹਾਡੇ ਬਾਰੇ ਥੋੜਾ ਜਿਹਾ ਪੁੱਛਣਾ ਚਾਹੁੰਦੇ ਨੇ ਮਿਸਟਰ ਜ਼ੋਰਾ ਖਾਨ। ਤੁਹਾਡੀ ਐਜੂਕੇਸ਼ਨ ਕਿੰਨੀ ਆ? ਤੁਸੀਂ ਮੈਰਿਡ ਹੋ ਜਾਂ ਤੁਸੀਂ ਕੀ ਕਰ ਰਹੇ ਹੋ ਇਸ ਵਕਤ? ਮੈਡਮ ਮੇਰੀ ਐਜੂਕੇਸ਼ਨ ਤਾਂ +2 ਆ, ਪਰ ਮੇਰੀ ਵਾਈਫ ਗ੍ਰੈਜੂਏਸ਼ਨ ਆ ਤੇ ਇਹ ਫੈਮਿਲੀ ਹੈ, ਇੱਕ ਬੀਬੀ ਹੈ ਛੋਟਾ, 3 ਜਾਣੇ ਆ ਜੀ। 3 ਜਾਣੇ ਅਸੀਂ ਵਿਜ਼ਿਟ ਕਰ ਚੁੱਕੇ ਹਾਂ ਕੈਨੇਡਾ। ਤੇ ਮੈਡਮ ਪਹਿਲਾਂ ਐਗਰੀਕਲਚਰ ਦੇ ਵਿੱਚ ਸੀ, ਇਸ ਟਾਈਮ ਅਸੀਂ ਮਤਲਬ ਕਿ ਵਾਸਕੇ ਜਿੱਦਾਂ ਵੱਡੇ ਫੈਕਟਰੀ ਦੇ ਵਿੱਚ ਆ, ਕੰਕਰੀਟ ਦਾ ਕੋਈ ਸਮਾਨ ਬਣਦਾ। ਜੀ ਜੀ ਜ਼ੋਰਾ ਜੀ, ਤੁਹਾਨੂੰ ਉਹਨਾਂ ਦੀ ਡਿਟੇਲਸ ਪਤਾ ਲੱਗ ਗਿਆ? ਮੈਂ ਰਿਪੀਟ ਕਰਾਂ? ਨਹੀਂ ਤਰਨ ਜੀ, ਮੈਨੂੰ ਪਤਾ ਲੱਗ ਗਿਆ, ਪਰ ਸਕਰੀਨ ਦੇ ਇਹਨਾਂ ਦਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਜੀ, ਉਹਨਾਂ ਦਾ ਵੀ ਅਸੀਂ ਕਾਲ ਅਟੈਂਡ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ ਜੀ। ਅਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਸੀਗਾ, ਉਹਦਾ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਉਹਨਾਂ। ਕਿੰਨਾ ਟਾਈਮ ਬਾਅਦ? ਕਦੋਂ ਅਪਲਾਈ ਕੀਤਾ ਸੀ ਜੀ ਤੁਸੀਂ? ਹਾਂਜੀ, ਅਸੀਂ ਕੀਤਾ ਅਕਤੂਬਰ 2020 ਚ। ਅਕਤੂਬਰ 2020 ਚ। 1 ਮਿੰਟ ਲਈ ਤੁਸੀਂ ਹੋਲਡ ਕਰਿਓ ਜੀ। ਜ਼ੋਰਾ ਜੀ, ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਚਾਹੁੰਦੇ ਹੋ ਜਾਂ ਮੈਂ ਰਿਪੀਟ ਕਰਾਂ? ਨਹੀਂ ਉਹਨਾਂ ਨੂੰ ਤਰਨ ਜੀ ਬਸ ਇਹ ਪੁੱਛਣਾ ਚਾਹੁੰਦਾ ਕਿ ਵੀ ਪਹਿਲਾਂ ਬਾਇਓਮੈਟ੍ਰਿਕਸ ਤਾਂ ਨਹੀਂ ਹੋਏ ਉਹਨਾਂ ਦੇ ਕਦੇ ਪ੍ਰੋਸੈਸ ਵਿੱਚ? ਤੁਹਾਡੇ ਪੇਰੈਂਟਸ ਦੇ ਪਹਿਲਾਂ ਕਦੇ ਬਾਇਓਮੈਟ੍ਰਿਕਸ ਵਗੈਰਾ ਹੋਏ ਨੇ ਜੀ? ਹਾਂਜੀ, ਉਹ ਹੋਏ ਹੋ ਰਹੇ ਜੀ। ਪਹਿਲਾਂ ਕੀਤਾ ਸੀ ਵਿਜ਼ਟਰ ਵੀਜ਼ਾ, ਔਰ ਰਿਫਿਊਜ਼ ਹੋ ਗਿਆ ਲਾਸਟ ਈਅਰ। ਓਕੇ ਸਰ, ਉਹਨਾਂ ਦਾ ਲਾਸਟ ਈਅਰ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਚੁੱਕਿਆ ਤੇ ਉਹਨਾਂ ਦੇ ਬਾਇਓਮੈਟ੍ਰਿਕਸ ਹੋਏ ਨੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਕੇ ਨੇ, ਅਸੀਂ ਉਹਨਾਂ ਦੀ ਕਾਲ ਵੀ ਅਟੈਂਡ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਮੈਂ ਮੰਮੀ ਡੈਡੀ ਦੀ ਫਾਈਲ ਆਈ ਸੀ ਜੀ, ਮਤਲਬ 2019 ਦੇ ਵਿੱਚ ਉਹਨਾਂ ਦੇ 19 ਨਵੰਬਰ ਦੇ ਵਿੱਚ ਮੈਡੀਕਲ ਵੀ ਹੋ ਗਿਆ ਤੇ ਫਿੰਗਰਪ੍ਰਿੰਟ ਹੋ ਗਈ। ਅਜੇ ਤੇ ਇਹਨੂੰ ਕੁਝ ਨਹੀਂ ਮਿਲਿਆ ਜੀ, ਮਤਲਬ ਕੋਈ ਪਤਾ ਨਹੀਂ ਲੱਗਿਆ ਕਦੋਂ ਆਊ ਸਾਡੇ ਉਹਨਾਂ ਦੀ ਹੁਣ ਨੰਬਰ ਜੀ। 1 ਮਿੰਟ ਲਈ ਤੁਸੀਂ ਹੋਲਡ ਕਰਿਓ। ਜ਼ੋਰਾ ਜੀ, ਕੁਝ ਪੁੱਛਣਾ ਜਾਂ ਆਪਾਂ ਆਨਸਰ ਦਈਏ? ਨਵੰਬਰ 2019 ਦੇ ਵਿੱਚ ਇਹਨਾਂ ਨੇ ਪੇਰੈਂਟਸ ਪੋਜੀਸ਼ਨ ਲਗਾਈ ਸੀ ਜੀ ਹਾਂ, ਇਹਨਾਂ ਨੇ 2019 ਵਿੱਚ ਆਪਣੇ ਪੇਰੈਂਟਸ ਦੀ ਫਾਈਲ ਲਗਾਈ ਸੀ ਤੇ 19 ਨਵੰਬਰ ਨੂੰ ਮੈਡੀਕਲ ਵਗੈਰਾ ਸਾਰਾ ਕੁਝ ਹੋ ਗਿਆ, ਫਿੰਗਰਪ੍ਰਿੰਟਸ ਹੋ ਚੁੱਕੇ ਨੇ। ਇਸ ਤੋਂ ਬਾਅਦ ਕੋਈ ਅਪਡੇਸ਼ਨ ਨਹੀਂ ਆਈ। ਓਕੇ, ਠੀਕ ਹੈ ਜੀ, ਤੁਸੀਂ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ ਪਲੀਜ਼। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ? ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਮ, ਅਸੀਂ ਐਡਮਿੰਟਨ ਤੋਂ ਬੋਲ ਰਹੇ ਹਾਂ, ਕੈਨੇਡਾ ਜੀ। ਤੇ ਹਾਂਜੀ, ਸਾਡਾ ਸਵਾਲ ਇਹ ਸੀਗਾ ਵੀ ਮਤਲਬ ਇੱਕ ਤਾਂ ਅਸੀਂ ਜਿੱਦਾਂ PR ਅਪਲਾਈ ਕਰਨੀ ਆ ਹਨਾ ਹੁਣ, ਤੇ ਉਹਦੇ ਲਈ ਅਸੀਂ ਪੁੱਛਣਾ ਸੀ ਜਿਹੜੇ ਕਿੰਨੇ ਪੁਆਇੰਟ ਚਾਹੀਦੇ ਆ, ਕੀ ਹੈਗਾ ਸਿਸਟਮ? ਤੁਹਾਡਾ ਕੀ ਸਟੇਟਸ ਹੈ ਇਸ ਵੇਲੇ ਤੇ ਕੀ ਕਰ ਰਹੇ ਹੋ ਤੁਸੀਂ? ਮੇਰੇ ਕੋਲੇ 1 year ਐਕਸਪੀਰੀਅੰਸ ਆ ਵਰਕ ਪਰਮਿਟ ਦਾ, 1 ਤੋਂ ਮਤਲਬ ਉੱਪਰ ਹੀ ਹੋ ਗਏ 2 month, ਔਰ ਮੈਂ ਲਿਕਰ ਸਟੋਰ 'ਚ ਸੁਪਰਵਾਈਜ਼ਰ ਦੀ ਜੌਬ ਤੇ ਆ ਜੀ। ਹਾਂਜੀ, ਐਡਮਿਨਿਸਟ੍ਰੇਟਿਵ ਦੀ ਜੌਬ ਤੇ ਆ। ਤੇ ਇੱਕ ਮੈਂ ਇਹ ਪੁੱਛਣਾ ਸੀਗਾ ਵੀ ਸਾਡਾ ਬੱਚਾ ਜਿੱਦਾਂ ਇੱਧਰ ਬੋਰਨ ਹੋਇਆ ਸੀਗਾ ਤੇ ਅਸੀਂ ਮਤਲਬ ਉਹਦੇ ਜਿਹੜੇ ਆਪਣੇ ਗਵਰਨਮੈਂਟ ਵੱਲੋਂ ਪੈਸੇ ਆਉਂਦੇ ਆ ਉਹ ਅਸੀਂ ਉਹਦੇ ਅਪਲਾਈ ਕਦੋਂ ਕਰੀਏ? ਕਿਉਂਕਿ ਪਹਿਲਾਂ ਤਾਂ ਅਸੀਂ ਟੂਰਿਸਟ ਸੀਗੇ, ਹੁਣ ਅਸੀਂ ਵਰਕ ਪਰਮਿਟ ਤੇ ਆ। ਬੱਚਾ 3 year ਦਾ ਹੋ ਗਿਆ ਆਲਮੋਸਟ, ਵਿਦਨ 1 month ਹੋਣੇ, ਮਤਲਬ 3 year ਦਾ ਹੋਇਆ ਨਾ। ਅਸੀਂ ਉਹ ਪੁੱਛਣਾ ਸੀ। ਸੋ ਇਹ 2 ਕੁਐਸਚਨ ਆ। PR ਲਈ ਕੀ ਰਿਕੁਆਇਰਮੈਂਟ ਆ ਨਾ, ਆਪਾਂ ਨੂੰ ਪੁਆਇੰਟ ਕਿੰਨੇ ਚਾਹੀਦੇ ਆ ਟੋਟਲ? ਤੁਸੀਂ ਜੀ ਵੈਸੇ ਗਵਰਨਮੈਂਟ ਦੇ ਪੈਸੇ ਲਈ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰੋ ਜਾਂ CA ਨਾਲ ਗੱਲ ਕਰੋ, ਜ਼ਿਆਦਾ ਬੈਟਰ ਹੈ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਜਿਸ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਗਿਆ। 1 ਮਿੰਟ ਲਈ ਹੋਲਡ ਕਰਿਓ। ਜ਼ੋਰਾ ਜੀ, ਤੁਹਾਨੂੰ ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਜਾਂ ਆਪਾਂ ਆਨਸਰ ਦਈਏ? ਹਾਂਜੀ, ਇਹਨਾਂ ਦੀ ਮੈਨੂੰ ਐਜੂਕੇਸ਼ਨ ਤੇ ਏਜ ਪਤਾ ਕਰਨੀ ਹੈ। ਤੁਹਾਡੀ ਐਜੂਕੇਸ਼ਨ ਕੀ ਹੈ ਜੀ ਤੇ ਤੁਹਾਡੀ ਏਜ ਕੀ ਹੈ?
ਏਜ ਮੇਰੀ 28 ਆ ਔਰ ਐਜੂਕੇਸ਼ਨ ਮੇਰੀ ਹੈਗੀ ਆ ਗ੍ਰੈਜੂਏਸ਼ਨ ਜੀ। ਹਾਂਜੀ, ਮੈਂ 1 ਈਅਰ ਤੋਂ ਮਤਲਬ ਜੌਬ ਤੇ ਆ। ਜੀ ਸਰ, ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ 28 ਇਅਰਸ ਇਹਨਾਂ ਦੀ ਏਜ ਹੈ। ਜੀ ਆਪਾਂ ਹੁਣ ਸਕਰੀਨ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਆਪਾਂ ਹੁਣ 5 ਮਿੰਟ ਲਈ ਜਿਹੜੀਆਂ ਲਾਈਨਸ ਔਨ ਹੋਲਡ ਪਾ ਰਹੇ ਹਾਂ ਤਾਂ ਕਿ ਆਪਾਂ ਸਵਾਲਾਂ ਦੇ ਜਵਾਬ ਦੇ ਸਕੀਏ। ਗੁਰਿੰਦਰ ਜੀ ਦੀ ਕਾਲ ਆਈ ਸੀ ਇਟਲੀ ਤੋਂ ਤੇ ਉਹ ਕੈਨੇਡਾ ਵਿੱਚ ਆਪਣਾ ਸਕੋਪ ਦੇਖਣਾ ਚਾਹੁੰਦੇ ਨੇ ਕਿ ਉਹਨਾਂ ਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਹਾਂਜੀ, ਗੁਰਿੰਦਰ ਜੀ ਨੇ ਦੱਸਿਆ ਕਿ ਉਹਨਾਂ ਕੋਲ ਸੁਝਾਅ ਹੋ ਗਿਆ ਵਿਚ ਇਸ ਪਰਮਨੈਂਟ ਰੈਜ਼ੀਡੈਂਸੀ ਹੈ ਤੇ ਪਰ ਉਹਨਾਂ ਵਿੱਚ ਵਿਚਾਲੇ ਇਹ ਵੀ ਕਿਹਾ ਕਿ ਉਹਨਾਂ ਕੋਲ ਓਪਨ ਵਰਕ ਪਰਮਿਟ ਹੈਗਾ। ਤਾਂ ਕਿਤੇ ਥੋੜਾ ਜਿਹਾ ਕਨਫਿਊਜ਼ਿੰਗ ਲੱਗਿਆ ਬਟ ਕੈਨੇਡਾ ਦੇ ਵਿੱਚ ਉਹ 2 ਵਾਰ ਵਿਜ਼ਿਟ ਕਰ ਚੁੱਕੇ ਨੇ ਤੇ ਉਹਨਾਂ ਕੋਲੇ ਆਪ +2 ਕੀਤੀ ਹੋਈ ਹੈ ਬਟ ਵਾਈਫ ਕੋਲੇ ਬੈਚਲਰ ਡਿਗਰੀ ਹੈਗੀ ਹੈ। ਤੇ ਉਹਨਾਂ ਦੇ ਵਿੱਚ ਜੀ ਦੋ ਤਰੀਕੇ ਨਾਲ ਕੀਤਾ ਜਾ ਸਕਦਾ। ਇੱਕ ਤਾਂ ਤਰ੍ਹਾਂ ਦੀ ਇਹ ਹੈ ਕਿ ਵੀ ਕਿ ਉਹਨਾਂ ਦੀ ਜਿਹੜੀ ਵਾਈਫ ਨੇ ਉਹਨਾਂ ਕੋਲੇ ਐਕਸਪੀਰੀਅੰਸ ਹੈਗਾ ਤੇ ਉਹ ਦੇ IELTS ਕਾਲਰ ਪੇਪਰ ਸਭ ਰੇਟ ਲੈ ਲੈਣ ਤਾਂ ਆਪਾਂ ਉਹਨਾਂ ਦਾ ਥਰੂ ਐਕਸਪ੍ਰੈਸ ਐਂਟਰੀ ਕਰ ਸਕਦੇ ਹਾਂ ਅੰਡਰ ਫੈਡਰਲ ਸਕਿਲਡ ਵਰਕਰ। ਓਕੇ, ਦੂਸਰੇ ਆਪਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਕਿ ਵੀ ਅਗਰ ਇਹਨਾਂ ਦੀ ਵਾਈਫ ਇੱਥੇ ਕੈਨੇਡਾ ਦੇ ਵਿੱਚ ਸਟੱਡੀ ਕਰਨਾ ਚਾਹੁੰਦੇ ਨੇ ਠੀਕ ਹੈ ਜੀ, ਉਹ ਇੱਥੇ ਸਟੱਡੀ ਕਰਕੇ 1 ਸਾਲ ਦੀ ਸਟੱਡੀ ਕਰਨ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਲੈ ਕੇ ਤੇ ਉਸ ਤੋਂ ਬਾਅਦ ਜੇ ਲੈਟਸ ਸੇ ਆਪਾਂ ਮੈਨੀਟੋਬਾ ਦੀ ਗੱਲ ਕਰੀਏ ਜਾਂ ਸਸਕੈਚੁਅਨ ਦੀ ਗੱਲ ਕਰੀਏ ਤਾਂ ਇੱਥੇ 6 ਮਹੀਨੇ ਕੰਮ ਕਰਨ ਤੋਂ ਬਾਅਦ ਉਹ ਆਪਣੀ PR ਅਪਲਾਈ ਕਰ ਸਕਦੇ। ਔਨ ਦੀ ਅਦਰ ਹੈਂਡ ਸਾਈਡ ਜਦੋਂ ਉਹਨਾਂ ਦੇ ਵਾਈਫ ਸਟੱਡੀ ਕਰਦੇ ਹੋਣਗੇ ਉਹਨਾਂ ਦੇ ਸਪਾਊਸ ਨੂੰ ਗੁਰਿੰਦਰ ਜੀ ਓਪਨ ਵਰਕ ਪਰਮਿਟ ਮਿਲ ਸਕਦਾ ਤੇ ਬੱਚੇ ਸਟੱਡੀ ਪਰਮਿਟ ਤੇ ਆ ਸਕਦੇ ਨੇ। ਡਿਪੈਂਡ ਕਰਦਾ ਉਹਨਾਂ ਦੇ ਬੱਚਿਆਂ ਦੀ ਕੀ ਏਜ ਹੈਗੀ ਤੇ ਉਹ ਫ੍ਰੀ ਆਫ ਕਾਸਟ ਇੱਥੇ ਕੈਨੇਡਾ 'ਚ ਪੜ੍ਹ ਸਕਦੇ ਨੇ। ਸੋ ਉਹਨਾਂ ਲਈ ਕਾਫੀ ਆਪਸ਼ਨਸ ਹੈਗੇ ਨੇ। ਪਲੀਜ਼ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ। 416-278-449 ਇਹ ਸਾਡਾ ਟੋਰਾਂਟੋ ਦਾ ਹੈ ਨੰਬਰ ਤੇ ਸਾਡਾ ਵਿਨੀਪੈਗ ਦਾ ਹੈ 24295449। ਜੀ ਬਿਲਕੁਲ। ਇਸ ਤੋਂ ਬਾਅਦ ਵੈਨਕੂਵਰ ਤੋਂ ਕਾਲ ਆਈ ਸੀ। ਉਹਨਾਂ ਨੇ ਕਿਹਾ ਸੀ ਪੇਰੈਂਟਸ ਦਾ ਸੁਪਰ ਵੀਜ਼ਾ ਜਿਹੜਾ ਆ ਉਹ ਅਪਲਾਈ ਕੀਤਾ ਹੋਇਆ ਅਕਤੂਬਰ 2020 ਦਾ ਬਾਇਓਮੈਟ੍ਰਿਕਸ ਡਨ ਹੋ ਚੁੱਕੇ ਨੇ ਪਰ ਕੋਈ ਅਜੇ ਤੱਕ ਅੱਗੇ ਅਪਡੇਸ਼ਨ ਨਹੀਂ ਆਈ। ਜੀ ਉਹਨਾਂ ਨੇ ਇਸ ਤਰ੍ਹਾਂ ਦੀ ਕਿ ਵੀ ਉਹਨਾਂ ਨੇ ਬਾਇਓਮੈਟ੍ਰਿਕਸ ਆਲਰੇਡੀ ਕਰਾਏ ਹੋਏ ਨੇ ਬਟ ਸੁਪਰ ਵੀਜ਼ਾ ਡਿਲੇ ਆ। ਉਹਨਾਂ ਨੂੰ ਇਹ ਇਨਕਰੇਜ ਕਰਦਾ ਕਿ ਥਰੂ ਪਲੇਟਫਾਰਮ ਇਨਕੁਆਇਰੀ ਪਾਉਣ ਜਾਂ ਫਿਰ ਉੱਥੇ ਲੋਕਲ ਆਫ ਮੈਂਬਰ ਆਫ ਪਾਰਲੀਮੈਂਟ ਦੇ ਆਫਿਸ ਦੇ ਵਿੱਚ ਜਾਣ ਉਹ ਉਹਨਾਂ ਦੀ ਇਨਕੁਆਇਰੀ ਪਾਉਣ ਤੇ ਥੋੜਾ ਜਿਹਾ ਡਿਲੇ ਜ਼ਰੂਰ ਹੈਗਾ ਬਟ ਕਿਤੇ ਨਾ ਕਿਤੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੇ ਤਾਂ ਉਹਨਾਂ ਨੂੰ ਪ੍ਰਾਇੋਰਟੀ ਮਿਲ ਰਹੀ ਹੈ ਤੇ ਤੁਸੀਂ ਥਰੂ ਪਲੇਟਫਾਰਮ ਇਨਕੁਆਇਰੀ ਪਾਓ ਜਾਂ ਮੈਂਬਰ ਆਫ ਪਾਰਲੀਮੈਂਟ ਨੂੰ ਕੰਟੈਕਟ ਕਰੋ। ਜੇ ਫਿਰ ਵੀ ਦਿੱਕਤ ਆਉਂਦੀ ਤਾਂ ਸਾਡੇ ਤੁਸੀਂ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਨੈਕਸਟ ਜੀ ਉਹਨਾਂ ਨੇ ਆਪਣੇ ਮਮ ਡੈਡ ਦੀ ਫਾਈਲ ਲਗਾਈ ਸੀ 2019 ਦੇ ਵਿੱਚ। ਨਵੰਬਰ 19 ਨੂੰ ਸਾਰਾ ਉਹਨਾਂ ਦਾ ਮੈਡੀਕਲ ਤੇ ਫਿੰਗਰਪ੍ਰਿੰਟਸ ਹੋ ਚੁੱਕੇ ਨੇ। ਉਸ ਤੋਂ ਬਾਅਦ ਦੀ ਕੋਈ ਅਪਡੇਸ਼ਨ ਨਹੀਂ ਆਈ ਅਜੇ ਤੱਕ। ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਕਰਨ ਜੀ ਦੋ ਸਟੈਪ ਹੁੰਦੇ ਨੇ ਐਪਲੀਕੇਸ਼ਨ ਦੇ। ਪਹਿਲਾ ਸਟੈਪ ਇਹ ਹੁੰਦਾ ਕਿ ਵੀ ਤੁਸੀਂ ਸਪਾਂਸਰ ਆ ਉਹਦੀ ਐਲੀਜੀਬਿਲਿਟੀ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਉਹ ਜਿਹੜੀ ਲਾਈਕੋ +30% ਦਾ ਜਿਹੜਾ ਕ੍ਰਾਈਟੇਰੀਆ ਉਹ ਮੀਟ ਕਰ ਰਿਹਾ ਤੇ ਸਪਾਂਸਰ ਕੋਈ ਪਾਸ ਦੇ ਵਿੱਚ ਕੋਈ ਸਪਾਂਸਰਸ਼ਿਪ ਇਨ ਫੈਕਟ ਤਾਂ ਨਹੀਂ ਹੈਗੀ। ਉਹ ਸਾਰੇ ਫੈਕਟਰਸ ਦੇਖ ਕੇ ਪਹਿਲਾਂ ਸਪਾਂਸਰਸ਼ਿਪ ਦਾ ਡਿਸੀਜਨ ਹੁੰਦਾ। ਉਸ ਤੋਂ ਬਾਅਦ ਐਪਲੀਕੇਸ਼ਨ ਵੀਜ਼ਾ ਆਫਿਸ ਅਬਰੋਡ ਚਲੀ ਜਾਂਦੀ ਹੈ। ਜੇ ਇਹਨਾਂ ਦੇ ਕੇਸ ਦੇ ਵਿੱਚ ਇੰਡੀਆ ਦੇ ਪੇਰੈਂਟਸ ਤਾਂ ਇੰਡੀਆ ਉੱਤੇ ਅੱਜਕੱਲ ਬੈਕਗ੍ਰਾਉਂਡ ਚੈੱਕ ਜਿਹੜੀ ਹੈਗੀ ਇਮੀਗ੍ਰੇਸ਼ਨ ਆਫਿਸ ਥਰਡ ਪਾਰਟੀਆਂ ਦੇ ਉੱਪਰ ਰਿਲਾਈ ਕਰਦੀ ਹੈ ਤੇ ਉਹ ਥਰਡ ਪਾਰਟੀਆਂ ਬਿਕਾਜ਼ ਆਫ ਕੋਵਿਡ ਕਰਕੇ ਕਾਫੀ ਡਿਲੇ ਚੱਲਦਾ ਪਿਆਗਾ ਤੇ ਇਹਨਾਂ ਨੂੰ ਮੈਂ ਇਹ ਇਨਕਰੇਜ ਕਰਦਾ ਕਿ ਵੀ ਥੋੜੀ ਜਿਹੀ ਪੇਸ਼ੈਂਸ ਰੱਖਣ। ਹਜੇ ਇਨਕੁਆਇਰੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਟ ਫਿਰ ਵੀ ਲੈਟਸ ਸੇ April ਦੇ ਵਿੱਚ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਕੰਟੈਕਟ ਕਰੋ there will be a chance ਕਿ ਉਹ ਤੁਹਾਨੂੰ ਕੋਈ ਇਨਫੋਰਮੇਸ਼ਨ ਦੇ ਦੇਣ। ਅਗੇਨ ਤੁਸੀਂ ਮੈਂਬਰ ਆਫ ਪਾਰਲੀਮੈਂਟ ਨੂੰ ਵੀ ਕੰਟੈਕਟ ਕਰ ਸਕਦੇ ਜੀ। ਇਸ ਤੋਂ ਬਾਅਦ ਆਈਸੀ ਐਡਮਿੰਟਨ ਤੋਂ ਕਾਲ ਉਹਨਾਂ ਨੇ ਕਿਹਾ ਸੀ ਉਹਨਾਂ ਨੇ PR ਅਪਲਾਈ ਕਰਨੀ ਹੈ। ਉਹਨਾਂ ਦੇ ਕੋਲ ਲਗਭਗ 1 ਸਾਲ ਦਾ ਵਰਕ ਪਰਮਿਟ ਦਾ ਤਜਰਬਾ ਹੈਗਾ ਹੈ। ਉਹਨਾਂ ਕੋਲ ਇੱਥੇ ਕੰਮ ਕਰਨ ਦਾ ਕੈਨੇਡੀਅਨ ਐਕਸਪੀਰੀਅੰਸ, ਗ੍ਰੈਜੂਏਸ਼ਨ ਨੇ, 28 ਸਾਲ ਉਮਰ ਹੈ। ਸੋ ਉਹਦੇ ਬਾਰੇ ਉਹ ਜਾਣਨਾ ਚਾਹੁੰਦੇ ਨੇ। ਉਹਨਾਂ ਬਾਰੇ ਇਸ ਤਰ੍ਹਾਂ ਦੀ ਕਿ ਵੀ ਉਹ ਆਲਰੇਡੀ ਲਿਕਰ ਸਟੋਰ ਦੇ ਉੱਪਰ ਆਈ ਗਿਆ ਐਡਮਿਨ ਅਸਿਸਟੈਂਟ ਤੇ 1 ਸਾਲ ਦਾ ਕੰਮ ਕਰ ਰਹੇ ਨੇ ਜੀ ਤੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ ਜਿਹਦੇ ਵਿੱਚ ਰੀਸੈਂਟਲੀ ਤਰ੍ਹਾਂ ਦੀ ਆਪਾਂ ਗੱਲ ਕਰੀ ਸੀ ਕਿ 75 ਪੁਆਇੰਟਸ ਦਾ ਡਰਾ ਆਇਆ ਤੇ ਮੈਂ ਉਹਨੂੰ ਸਟਰੋਂਗਲੀ ਇਨਕਰੇਜ ਕਰਦਾ ਕਿ ਵੀ ਪਹਿਲਾਂ ਤੋਂ ਆਪਣੀ ਐਜੂਕੇਸ਼ਨ ਦੀ ਅਸੈਸਮੈਂਟ ਕਰਾ ਲੈਣ। ਉਹ ਆਪਾਂ ECA ਕਹਿੰਦੇ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ ਕਰਵਾ ਲੈਣ ਤੇ ਉਸ ਤੋਂ ਬਾਅਦ IELTS ਜਾਂ ਸੈਲਫ ਅਪਲਾਈ ਅਪੀਅਰ ਹੋ ਜਾਣ ਤੇ ਐਸ ਸੂਨ ਐਸ ਤੁਹਾਡੇ ਕੋਲੇ ਤੁਹਾਡੀ ਅਸੈਸਮੈਂਟ ਆ ਜਾਂਦੀ ਆ ਔਰ ਤੁਹਾਡੇ ਕੋਲ ਲੈਂਗੁਏਜ ਦਾ ਰਿਜ਼ਲਟ ਆ ਜਾਂਦਾ ਪਲੀਜ਼ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ ਐਂਡ there is very good chances ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਅੰਡਰ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ। ਜੀ ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਉਹਨਾਂ ਦਾ ਆਪਾਂ ਕਾਲ ਲੈ ਕੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਮੇਰਾ ਨਾਮ ਵਿਕਰਮ ਵੀਰਾ, ਮੈਂ ਮਿਸ਼ਿਗਾਗਾ ਤੋਂ ਬੋਲ ਰਿਹਾ ਜੀ। ਵਿਕਰਮ ਜੀ ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ ਕਿ ਮੈਂ ਨਾ ਇਸ ਟਾਈਮ ਸਟੂਡੈਂਟ ਲਾਈਕ ਸਟੱਡੀ ਪਰਮਿਟ ਤੇ ਆ ਸਟੂਡੈਂਟ ਦਾ
ਜੀ ਤੇ ਮੇਰਾ ਵਿਜ਼ਿਟਰ ਵੀਜ਼ਾ ਐਕਸਪਾਇਰ ਹੋ ਗਿਆ ਸੀ। ਮੈਂ ਇੰਡੀਆ ਜਾਣਾ ਸੀ ਤੇ ਮੈਂ 2 ਮੰਥ ਹੋ ਗਏ ਉਹਨੂੰ ਰੀਅਪਲਾਈ ਕੀਤੇ ਨੂੰ, ਹਲੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਜ਼ੋਰਾ ਜੀ ਤੁਹਾਨੂੰ ਸਵਾਲ ਸਮਝ ਆ ਗਿਆ ਜਾਂ ਦੁਬਾਰਾ ਰਿਪੀਟ ਕਰੀਏ? ਜੀ ਨਹੀਂ ਸਮਝ ਆ ਗਿਆ ਬਿਕਰਮ ਜੀ ਦਾ ਕੁਐਸਚਨ ਜੀ। ਤੇ ਆਪਾਂ ਟੀਵੀ ਸਕਰੀਨ ਤੇ ਆਂਸਰ ਦਈਏ, ਕੁਝ ਪੁੱਛਣਾ ਤੁਸੀਂ? ਜੀ ਟੀਵੀ ਸਕਰੀਨ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਲਿਓ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਾਡੇ ਜਿੱਦਾਂ ਮੇਰਾ ਵਾ ਪੀਆਰ ਮਤਲਬ ਕਿ ਅਪਲਾਈ ਕੀਤੀ ਜਿੱਦਾਂ ਮੈਰਿਜ ਬੇਸ ਦੇ ਉੱਤੇ। ਮੈਂ ਵਿਜ਼ਟਰ ਆਈ ਸੀ ਤੇ ਜਿੱਦਾਂ ਮੈਰਿਜ ਬਾਅਦ ਵਿੱਚ ਹੋ ਗਈ ਮੇਰੀ ਇੱਥੇ, ਤਾਂ ਮੇਰੇ ਹਸਬੰਡ ਦੀ ਡੈਥ ਹੋਈ ਸੀ ਤੇ ਇਹਨਾਂ ਦੀ ਵਾਈਫ ਦੀ ਵੀ ਹੋਈ ਸੀ। ਬਾਅਦ ਚ ਉਹੀ ਪੀਆਰ ਐਪਲੀਕੇਸ਼ਨ ਹੀ ਮਤਲਬ ਕਿ ਜਿੱਦਾਂ ਉਹਨਾਂ ਨੇ ਪੀਆਰ ਫਾਈਲ ਕਹਿੰਦੇ ਸਬਮਿਟ ਹੋ ਗਈ, ਉਸ ਤੋਂ ਬਾਅਦ ਕੁਝ ਨਹੀਂ ਆਇਆ। ਕਦੋਂ ਸਬਮਿਟ ਹੋਈ ਸੀ ਜੀ ਫਾਈਲ? ਫਾਈਲ ਸਬਮਿਟ ਹੋਈ ਨੂੰ ਹੋ ਗਏ 4-5 ਮੰਥ। 1 ਮਿੰਟ ਲਈ ਤੁਸੀਂ ਹੋਲਡ ਕਰਿਓ। ਜ਼ੋਰਾ ਜੀ ਤੁਹਾਨੂੰ ਸਵਾਲ ਸਮਝ ਆ ਗਿਆ ਜਾਂ ਮੈਂ ਰਿਪੀਟ ਕਰਾਂ? ਕਰਨ ਜੀ ਤੁਸੀਂ ਰਿਪੀਟ ਕਰ ਦਿਓ ਇਹ ਪਲੀਜ਼। ਕਹਿ ਰਹੇ ਨੇ ਜੀ ਇਹ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਸੀ ਤੇ ਇੱਥੇ ਇਹਨਾਂ ਦੀ ਮੈਰਿਜ ਹੋਈ ਹੈ, ਇਹਨਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਤੇ ਇਹਨਾਂ ਦੇ ਸਪਾਊਸ ਦੀ ਪਹਿਲਾਂ ਵਾਈਫ ਦੀ ਵੀ ਡੈਥ ਹੋ ਚੁੱਕੀ ਹੈ। ਸੋ ਇਸ ਤੋਂ ਬਾਅਦ ਮੈਰਿਜ ਤੋਂ ਬਾਅਦ ਇਹਨਾਂ ਨੇ ਪੀਆਰ ਲਈ ਆਪਣੀ ਫਾਈਲ ਸਬਮਿਟ ਕਰਵਾਈ ਸੀ। ਲਗਭਗ 4 ਮਹੀਨੇ ਹੋ ਚੁੱਕੇ ਨੇ ਤੇ ਇਸ ਤੋਂ ਬਾਅਦ ਹਜੇ ਉਹਨਾਂ ਦਾ ਕੋਈ ਅੱਗੇ ਨਵੀਂ ਅਪਡੇਸ਼ਨ ਨਹੀਂ ਆਈ। ਇਹਨੂੰ ਕਰਨ ਜੀ ਇਹ ਪਤਾ ਕਰੋ ਕਿ ਜਿਹੜਾ ਕਰੰਟ ਸਪਾਊਸ ਆ ਉਹਦੀ ਡੈਥ ਹੋ ਚੁੱਕੀ ਹੈ, ਇਹ ਕਹਿ ਰਹੇ ਨਹੀਂ ਨਹੀਂ ਜੀ, ਇਹਨਾਂ ਦੇ ਪਹਿਲਾਂ ਜਿਹੜੇ ਸੀਗੇ ਹਸਬੰਡ ਸੀ ਉਹਨਾਂ ਦੀ ਡੈਥ ਹੋ ਗਈ। ਇਸ ਤੋਂ ਬਾਅਦ ਇੱਥੇ ਇਹ ਵਿਜ਼ਟਰ ਵੀਜ਼ਾ ਤੇ ਆਏ ਨੇ ਤੇ ਇੱਥੇ ਇਹਨਾਂ ਨੇ ਮੈਰਿਜ ਕਰਵਾਈ ਹੈ ਹੋਰ, ਤੇ ਜਿਨ੍ਹਾਂ ਨਾਲ ਮੈਰਿਜ ਕਰਵਾਈ ਆ ਉਹਨਾਂ ਦੀ ਆਲਰੇਡੀ ਪਹਿਲਾਂ ਵਾਈਫ ਦੀ ਡੈਥ ਹੋ ਚੁੱਕੀ ਹੈ। ਸੋ ਜੀ ਉਹ ਪੁੱਛ ਰਹੇ ਨੇ ਇਸ ਤੋਂ ਬਾਅਦ ਮੈਰਿਜ ਤੋਂ ਬਾਅਦ ਇਹਨਾਂ ਨੇ ਇੱਥੇ ਆ ਕੇ ਜਿਹੜੀ ਆ ਪੀਆਰ ਦੀ ਫਾਈਲ ਲਗਾਈ ਆ, ਉਹਨੂੰ 4 ਮਹੀਨੇ ਹੋ ਚੁੱਕੇ ਨੇ ਤੇ ਅਜੇ ਤੱਕ ਅੱਗੇ ਕੋਈ ਰਿਪਲਾਈ ਨਹੀਂ ਆਇਆ। ਠੀਕ ਹੈ ਜੀ, ਆਪਾਂ ਇਹਦਾ ਤੁਸੀਂ ਸਕਰੀਨ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ ਸਰ। ਪਹਿਲਾਂ ਆਪਾਂ ਮਿਸਿਸਾਗਾ ਤੋਂ ਜਿਨ੍ਹਾਂ ਦਾ ਵਿਕਰਮ ਜੀ ਦੀ ਕਾਲ ਆਈ ਸੀ ਉਹਨਾਂ ਦੀ ਗੱਲ ਕਰ ਲਈਏ। ਜੀ ਸਾਡੇ ਆਫਿਸ ਤੋਂ ਮਿਸਿਸਾਗਾ ਤੋਂ ਕਾਲ ਆਈ ਹੈ ਵਿਕਰਮ ਜੀ, ਤੇ ਵਿਕਰਮ ਜੀ ਦਾ ਕੁਐਸਚਨ ਇਹ ਹੈ ਕਿ ਵੀ ਉਹ ਸਟੱਡੀ ਪਰਮਿਟ ਤੇ ਨੇ ਤੇ ਉਹਨਾਂ ਨੇ ਟੀਆਰ ਵੀ ਲਗਾਇਆ ਹੋਇਆ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਕਿ ਵੀ ਉਹ ਇੰਡੀਆ ਜਾ ਕੇ ਵਾਪਸ ਆ ਸਕਣ, ਤੇ ਉਹਨੂੰ 2 ਮਹੀਨੇ ਹੋ ਗਏ ਨੇ ਤੇ ਹਜੇ ਤੱਕ ਪ੍ਰੋਸੈਸ ਨਹੀਂ ਹੋ ਰਹੀ ਹੋਇਆ ਉਹਨਾਂ ਦਾ ਟੀਆਰ ਵੀ। ਤੇ ਉਹਦੇ ਵਿੱਚ ਆਨਸਰ ਇਹ ਹੈ ਵਿਕਰਮ ਜੀ ਕਿ ਤੁਸੀਂ ਅਗਰ ਤੁਸੀਂ ਉਹਦੇ ਵਿੱਚ ਕੋਈ ਟੈਂਟੇਟਿਵ ਡੇਟ ਪਾਈ ਹੋਈ ਹੈ ਟੀਆਰਬੀ ਦੇ ਵਿੱਚ, ਆਮ ਤੌਰ ਤੇ ਨਹੀਂ ਪਾਉਂਦੇ, ਜੇ ਨਹੀਂ ਪਾਈ ਹੋਈ ਤੁਸੀਂ ਕੋਈ ਟਿਕਟ ਲਈ ਹੋਈ ਆ ਜਾਂ ਤੁਹਾਡਾ ਕੋਈ ਪਲਾਨ ਹੈਗਾ, ਤੁਸੀਂ ਟਿਕਟ ਲੈ ਕੇ ਅਪਲੋਡ ਕਰ ਦਿਓ ਵੈਬ ਫਾਰਮ ਦੇ ਉੱਪਰ ਤੇ ਟੀਆਰਬੀ ਤੁਹਾਡੀ ਜਲਦੀ ਪ੍ਰੋਸੈਸ ਹੋ ਜਾਊਗੀ। ਜ਼ਿਆਦਾ ਇਹਦੇ ਵਿੱਚ ਵਰੀ ਕਰਨ ਵਾਲੀ ਗੱਲ ਨਹੀਂ, ਐਸ ਲੌਂਗ ਐਸ ਤੁਹਾਡਾ ਕੋਈ ਪਲਾਨ ਹੈ ਇੰਡੀਆ ਜਾਣ ਦਾ, ਤੁਸੀਂ ਆਪਣੀ ਟਿਕਟ ਅਪਲੋਡ ਕਰ ਦਿਓ ਥਰੂ ਵੈਬ ਫਾਰਮ। ਇਟਸ ਵੈਰੀ ਈਜ਼ੀ ਪ੍ਰੋਸੈਸ ਐਂਡ ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਏਗੀ ਜੀ। ਇਸ ਤੋਂ ਬਾਅਦ ਮੈਮ ਦੀ ਗੱਲ ਕਰੀਏ ਜਿਨ੍ਹਾਂ ਨੇ ਸੈਕੰਡ ਮੈਰਿਜ ਕਰਵਾਈ ਹੈ ਇੱਥੇ ਤੇ ਪੀਆਰ ਲਈ ਉਹਨਾਂ ਦੀ ਅਜੇ ਤੱਕ ਕੋਈ ਅਪਡੇਸ਼ਨ ਨਹੀਂ ਆਈ ਜੀ। ਇਹਨਾਂ ਦੇ ਵਿੱਚ ਇਸ ਤਰ੍ਹਾਂ ਜੀ ਕਿ ਵੀ ਇਹ ਵਿਜ਼ਿਟਰ ਵੀਜ਼ਾ ਤੇ ਆਏ ਸੀ ਫਿਊਨਰਲ ਤੇ ਉਸ ਤੋਂ ਬਾਅਦ ਮੈਰਿਜ ਹੋ ਜਾਂਦੀ ਹੈ ਇਹਨਾਂ ਦੀ, ਤੇ ਜਿਨ੍ਹਾਂ ਨਾਲ ਮੈਰਿਜ ਹੁੰਦੀ ਆ ਉਹਨਾਂ ਦੀ ਵੀ ਵਾਈਫ ਦੀ ਡੈਥ ਹੋਈ। ਠੀਕ ਹੈ ਜੀ। ਜਿਹੜਾ ਤਰਨ ਜੀ ਸਪਾਊਸਲ ਸਪਾਂਸਰਸ਼ਿਪ ਦੇ ਵਿੱਚ ਜਿਹੜਾ ਕ੍ਰਾਈਟੇਰੀਆ ਹੈ ਉਹ ਇਹ ਹੈ ਕਿ ਵੀ ਤੁਸੀਂ ਮੈਰਿਜ ਆਫ ਕਨਵੀਨੀਅੰਸ ਨਹੀਂ ਕਰ ਸਕਦੇ, ਕਿ ਮੈਰਿਜ ਪਰਪਸਲੀ ਨਹੀਂ ਕਰ ਸਕਦੇ, ਕਿ ਵੀ ਤੁਸੀਂ ਕਿਸੇ ਦੀ ਹੈਲਪ ਕਰਨ ਵਾਸਤੇ ਕਿ ਵੀ ਇਹਨੂੰ ਪਰਮਨੈਂਟ ਰੈਜ਼ੀਡੈਂਸੀ ਦਵਾ ਦਈਏ, ਉਹ ਇਲੀਗਲ ਹੈਗਾ। ਠੀਕ ਹੈ ਜੀ। ਬਟ ਇਹਨਾਂ ਦੇ ਕੇਸ ਦੇ ਵਿੱਚ ਜੇ ਗਰਾਊਂਡਸ ਵਗੈਰਾ ਸਾਰੇ ਪ੍ਰੋਪਰ ਸਬਮਿਟ ਕੀਤੇ ਗਏ ਨੇ, ਕਿ ਵੀ ਇੱਕ ਤਾਂ ਗੱਲ ਕਲੀਅਰ ਹੈਗੀ ਹੈ ਕਿ ਵੀ ਇਹਨਾਂ ਨੂੰ ਵੀ ਲਾਈਫ ਦੇ ਵਿੱਚ ਸੈਟਬੈਕ ਮਿਲੇ ਨੇ ਤੇ ਉਹਨਾਂ ਨੂੰ ਇਹਨਾਂ ਦੇ ਪਾਰਟਨਰ ਨੂੰ ਵੀ ਮਿਲੇ ਨੇ, ਉਹ ਸਾਰਾ ਕੁਝ ਜੇ ਅਗਰ ਕੋਲੈਬੋਰੇਟ ਕਰਕੇ ਪ੍ਰੋਪਰ ਇੱਕ ਐਪਲੀਕੇਸ਼ਨ ਸਬਮਿਟ ਕੀਤੀ ਗਈ ਹੋਈ ਆ ਤਾਂ ਡੈਫੀਨਿਟਲੀ ਬਹੁਤ ਵਧੀਆ ਹੈ ਤੇ ਚਾਂਸਸ ਹੈਗੇ ਨੇ ਕਿ ਵੀ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਜੂਗੀ। ਈਵਨ ਦੋ 4 ਮਹੀਨੇ ਤੋਂ ਫਾਈਲ ਨੰਬਰ ਨਹੀਂ ਆ ਰਹੇ, ਬਟ ਇਟ ਇਜ਼ ਨਾਟ ਬਿਕਾਜ਼ ਕੋਈ ਇਹਨਾਂ ਦੀ ਫਾਈਲ ਦੇ ਵਿੱਚ ਪ੍ਰੋਬਲਮ ਹੈ, ਇਟ ਇਜ਼ ਬਿਕਾਜ਼ ਕੋਵਿਡ ਕਰਕੇ ਸਾਰੀਆਂ ਐਪਲੀਕੇਸ਼ਨਸ ਡਿਲੇ ਚੱਲਦੀਆਂ ਪਈਆਂ ਨੇ। ਅਗਲੀ ਚੀਜ਼ ਮੈਂ ਇਹਨਾਂ ਨੂੰ ਸੁਜੈਸਟ ਇਹ ਕਰਨੀ ਚਾਹੂੰਗਾ ਜੀ ਕਿ ਵੀ ਪਲੀਜ਼ ਤੁਸੀਂ ਜਿਹੜੇ ਵੀ ਤੁਹਾਡੇ ਕੰਸਲਟੈਂਟ ਨੇ, ਗ੍ਰੇਟ, ਆਈ ਰეკਮੈਂਡ ਕਿ ਤੁਸੀਂ ਇੱਕ ਸੈਕੰਡ ਓਪੀਨੀਅਨ ਜ਼ਰੂਰ ਲੈ ਲਓ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਤਾਂ ਕਰਕੇ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਨਾ ਆਵੇ। ਜੀ ਬਿਲਕੁਲ। ਤੇ ਆਪਾਂ ਆਪਣੇ ਟੌਪਿਕ ਦੇ ਉੱਤੇ ਵਾਪਸ ਆਈਏ। 75 ਪੁਆਇੰਟਸ ਤੇ ਹੁਣ ਫਿਊਚਰ ਦੇ ਵਿੱਚ ਜਿਹੜੇ ਅਗਲੇ ਡਰਾ ਨਿਕਲਣੇ ਆ ਉਹ ਤੋਂ ਕਾਫੀ ਉਮੀਦਾਂ ਲਗਾਈਆਂ ਜਾ ਸਕਦੀਆਂ, ਜਿਹੜੇ ਕਿ ਕੁਝ ਜਿਨ੍ਹਾਂ ਦੇ ਇਸ ਵਾਰੀ ਡਰਾ ਦੇ ਵਿੱਚ ਜਿਨ੍ਹਾਂ ਨੇ ਪੂਲ 'ਚ ਫਾਈਲ ਨਹੀਂ ਪਾਈ ਹੋਈ ਸੀ। ਸੋ ਕੀ ਐਕਸਪੈਕਟੇਸ਼ਨਸ ਨੇ ਸਰ ਫਿਊਚਰ ਵਿੱਚ? ਦੇਖੋ ਤਰਨ ਜੀ, ਇੱਕ ਤਾਂ ਗੱਲ ਕਲੀਅਰ ਹੈਗੀ ਹੈ, ਜਿੱਦਾਂ ਆਪਣੀ ਕਾਲਸ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਵੀ ਮਿਨਿਸਟਰ ਮਾਰਕੋ ਨੇ ਕਿਹਾ ਕਿ ਵੀ ਅਸੀਂ ਨਹੀਂ ਚਾਹ ਰਹੇ ਕਿ ਵੀ ਤੁਸੀਂ ਇੱਥੇ ਕੈਨੇਡਾ ਜਾ ਕੇ ਪੜ੍ਹ ਕੇ ਵਾਪਸ ਜਾਓ, ਚਾਹ ਰਹੇ ਨੇ ਕਿ ਤੁਸੀਂ ਪੜ੍ਹੋ ਤੇ ਇੱਥੇ ਰਹੋ ਇਸ ਕੰਟਰੀ ਦੇ ਵਿੱਚ, ਕਿਉਂਕਿ ਤੁਹਾਡੀ ਜ਼ਰੂਰਤ ਹੈਗੀ ਆ। ਜ਼ਰੂਰਤ ਇਸ ਕਰਕੇ ਵੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਟਾਰਗੇਟਸ ਅਚੀਵ ਨਹੀਂ ਹੋਏ। ਜਿੱਦਾਂ 4 ਲੱਖ ਦਾ ਇਸ ਸਾਲ ਦਾ ਹੈਗਾ, 1.5 ਲੱਖ ਦਾ ਪਿਛਲੇ ਸਾਲ ਦਾ ਸ਼ਾਰਟਫਾਲ ਹੈ, ਤਾਂ 5.5 ਲੱਖ ਜਿਹੜੀ ਪਰਮਨੈਂਟ ਰੈਜ਼ੀਡੈਂਸੀ ਦੇਣੀ ਸੀ ਉਹ
ਅਜੇ ਤੱਕ ਉਹ ਉਹਦੇ ਉੱਪਰ ਵਰਕ ਕਰ ਰਹੇ ਨੇ। ਇਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿੰਨੇ ਵੀ ਐਪਲੀਕੈਂਟ ਪਏ ਸੀ ਆਲਮੋਸਟ ਸਾਰਿਆਂ ਨੂੰ ਪਿਕ ਕਰ ਲਿਆ ਗਿਆ ਹੈ, ਸਾਰਿਆਂ ਨੂੰ ITS ਮਿਲ ਗਏ ਨੇ। ਸੋ ਕਿਤੇ ਨਾ ਕਿਤੇ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਹੁਣ ਅਟੈਂਸ਼ਨ ਆ ਉਹ ਕਲੀਅਰ ਹੈ ਕਿ ਵੀ ਜਿਹੜੇ ਵੀ ਪਰਸਨ ਇਨਲੈਂਡ ਹੈਗੇ ਨੇ, ਜਦ ਤੱਕ ਟਰੈਵਲ ਰਿਸਟ੍ਰਿਕਸ਼ਨਸ ਨੇ, ਜਦ ਤੱਕ ਕੋਵਿਡ ਦੀ ਪ੍ਰੋਬਲਮ ਚੱਲ ਰਹੀ ਹੈ ਕੰਟੀਨਿਊਸ, ਐਟਲੀਸਟ ਜਿਹੜੇ ਐਟ ਵੇਅਰ ਮਿਨੀਮਮ ਇੱਥੇ ਕੈਨੇਡਾ ਦੇ ਵਿੱਚ ਹੈਗੇ ਨੇ, ਲੀਗਲ ਸਟੇਟਸ ਤੇ ਹੈਗੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਇੱਕ ਪਾਥ ਦੇਣ ਦੀ ਜਿਹੜੀ ਇਮੀਗ੍ਰੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹਦੇ ਵਿੱਚ ਮੈਂ ਸਟਰੋਂਗਲੀ ਰਿਕਮੈਂਡ ਕਰਦਾ, ਚਾਹੇ ਤੁਹਾਡੀ ਰਿਗਾਰਡਲੈਸ ਤੁਸੀਂ +2 ਕਰਕੇ ਆਏ ਹੋ, ਐਜ਼ ਲੌਂਗ ਐਜ਼ 1 ਸਾਲ ਦੀ ਇੱਥੇ ਵਰਕ ਐਕਸਪੀਰੀਅੰਸ ਹੈਗਾ ਤੁਹਾਡਾ NOC 0AB ਦੇ ਵਿੱਚ, ਚਾਹੇ ਤੁਹਾਡੇ IELTS ਦੇ ਵਿੱਚ CLB ਸਿਰਫ 5 ਵੀ ਬਣਦੀ ਆ, ਆਈ ਸਟਰੋਂਗਲੀ ਰਿਕਮੈਂਡ ਕਿ ਤੁਸੀਂ ਪੂਲ ਦੇ ਵਿੱਚ ਆਓ। देयर इज वेरी गुड चांसेस हो सकता इमीडिएटली इस पूल तो बाद अगले पूल ਦੇ ਵਿੱਚ ਨੰਬਰ ਨਾ ਆਵੇ, ਕਿਉਂਕਿ ਜਦੋਂ ਵੀ ਐਪਲੀਕੇਸ਼ਨ ITS ਆਉਂਦੇ ਨੇ ਉਸ ਤੋਂ ਬਾਅਦ 2-3 ਮਹੀਨੇ ਦਾ ਪ੍ਰੋਸੈਸ ਹੈਗਾ ਇਮੀਗ੍ਰੇਸ਼ਨ ਨੂੰ ਦੇਖਣ ਦਾ। ਸੋ ਮੈਂ ਐਕਸਪੈਕਟ ਕਰ ਰਿਹਾ ਕਿ ਜੂਨ ਜੁਲਾਈ ਦੇ ਵਿੱਚ ਇੱਕ ਹੋਰ ਵੱਡਾ ਪੂਲ ਆਊਗਾ ਜਿਹਦੀ ਜਿਹੜੀ ਕਿ ਕਟ ਆਫ ਆ ਉਹ ਕਾਫੀ ਘੱਟ ਰਹੂਗੀ। ਉਹ 75 ਹੋਗੀ, ਆਈ ਐਮ ਨਾਟ ਸ਼ੋਰ, ਬਟ ਉਹ ਕਾਫੀ ਘੱਟ ਰਹਿਣ ਦੀ ਉਮੀਦ ਹੈਗੀ ਜੀ। ਤੇ ਜੀ ਇਸ ਤੋਂ ਇਲਾਵਾ ਸਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਇੱਕ ਦਰਸ਼ਕ ਆਪਣੇ ਨਾਲ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਆਪਾਂ ਸਵਾਲ ਲੈ ਲਈ, ਕਾਫੀ ਟਾਈਮ ਤੋਂ ਹੋਲਡ ਤੇ ਨੇ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਮੈਂ ਨਾ ਅੱਗੇ ਵੀ ਤੁਹਾਨੂੰ ਫੋਨ ਕੀਤਾ ਸੀਗਾ ਜੀ, ਜਿੱਦਾਂ ਰਿਸ਼ਤੇਦਾਰ ਆਏ ਸੀ, ਮੈਰਿਜ ਕਰਵਾ ਲਈ ਸੀਗੀ ਤੇ ਬਾਅਦ ਵਿੱਚ ਐਪਲੀਕੇਸ਼ਨ ਜਿੱਦਾਂ ਸਬਮਿਟ ਹੋ ਗਈ ਹੈ ਜੀ, ਤੇ ਵਰਕ ਪਰਮਿਟ ਵੀ ਆਪਾਂ ਲਗਾ ਸਕਦੇ ਆ ਇਦਾਂ? ਮੈਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਜ਼ੋਰਾ ਜੀ ਕੁਝ ਹੋਰ ਤਾਂ ਨਹੀਂ ਤੁਸੀਂ ਪੁੱਛਣਾ ਚਾਹੁੰਦੇ ਇਹਨਾਂ ਨੂੰ? ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਆਪਾਂ ਇਹਨਾਂ ਦਾ ਜਵਾਬ ਦੇ ਜੀ, ਫਿਰ ਆਪਾਂ ਟੌਪਿਕ ਤੇ ਵਾਪਸ ਆਉਂਦੇ ਹਾਂ ਜੀ। ਤਰਨ ਜੀ, ਇਸ ਤਰ੍ਹਾਂ ਕਿ ਵੀ ਜਦੋਂ ਤੁਸੀਂ ਵਿਜ਼ਿਟਰ ਹੁੰਦੇ ਹੋ ਕੈਨੇਡਾ ਦੇ ਵਿੱਚ, ਤੁਸੀਂ ਮੈਰਿਜ ਕਲਾਸ ਦੀ ਐਪਲੀਕੇਸ਼ਨ ਲਗਾਉਂਦੇ ਹੋ ਤਾਂ ਤੁਸੀਂ 2 ਤਰੀਕੇ ਨਾਲ ਐਪਲੀਕੇਸ਼ਨ ਨੂੰ ਕਰ ਸਕਦੇ ਹੋ। ਇੱਕ ਤੁਸੀਂ ਇਨਲੈਂਡ ਲਗਾ ਸਕਦੇ ਹੋ ਜਾਂ ਇੱਕ ਆਫਸ਼ੋਰ ਲਗਾ ਸਕਦੇ ਹੋ। ਆਫਸ਼ੋਰ ਦੇ ਵਿੱਚ ਇਹ ਆਪਸ਼ਨ ਹੁੰਦਾ ਕਿ ਵੀ ਜੇ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਡਿਨਾਈ ਹੋ ਗਈ, ਦੈਨ ਇੱਕ ਅਪੀਲ ਦੀ ਪ੍ਰੋਵੀਜ਼ਨ ਹੁੰਦੀ ਹੈ, ਤੁਸੀਂ IAD ਕੋਲੇ ਕੇਸ ਲੈ ਜਾ ਸਕਦੇ ਹੋ। ਬਟ ਉਸ ਓਵਰਸੀਜ਼ ਐਪਲੀਕੇਸ਼ਨ ਦੇ ਵਿੱਚ ਆਪਸ਼ਨ ਨਹੀਂ ਹੁੰਦਾ ਵਰਕ ਪਰਮਿਟ ਵਾਲਾ। ਓਕੇ, ਬਟ ਜਦੋਂ ਤੁਸੀਂ ਇਨਸਾਈਡ ਕੈਨੇਡਾ ਲਗਾਉਂਦੇ ਹੋ ਜਿਹਦੇ ਵਿੱਚ ਅਪੀਲ ਵਾਲਾ ਆਪਸ਼ਨ ਨਹੀਂ ਹੈਗਾ, ਬਟ ਉਹਦੇ ਵਿੱਚ ਵਰਕ ਪਰਮਿਟ ਵਾਲਾ ਆਪਸ਼ਨ ਹੁੰਦਾ। ਜੇ ਇਹਨਾਂ ਨੇ ਐਪਲੀਕੇਸ਼ਨ ਇਨਸਾਈਡ ਲਗਾਈ ਹੈਗੀ ਆ ਤਾਂ ਆਈ ਹੋਪ ਜਿਨ੍ਹਾਂ ਕੋਲੋਂ ਵੀ ਲਗਾਈ ਆ ਉਹਨਾਂ ਨੇ ਇਹਨਾਂ ਦੇ ਵਰਕ ਪਰਮਿਟ ਦੀ ਐਪਲੀਕੇਸ਼ਨ ਨਾਲ ਭੇਜੀ ਹੈਗੀ ਆ। ਜੇ ਨਹੀਂ ਭੇਜੀ ਤਾਂ ਪਲੀਜ਼ ਤੁਸੀਂ ਆਪਣੇ ਕੰਸਲਟੈਂਟ ਨੂੰ ਜਾਂ ਜਿਹੜੇ ਤੁਹਾਡੇ ਲਾਇਰਸ ਨੇ ਉਹਨਾਂ ਨੂੰ ਪਲੀਜ਼ ਕੰਟੈਕਟ ਕਰ ਲਓ, ਉਹ ਤੁਹਾਨੂੰ ਜ਼ਿਆਦਾ ਗਾਈਡ ਕਰ ਸਕਦੇ ਨੇ ਕਿ ਉਹਨਾਂ ਨੇ ਐਗਜ਼ੈਕਟਲੀ ਤੁਹਾਡੀ ਫਾਈਲ ਨਾਲ ਕੀ ਕੀਤਾ ਹੈਗਾ। ਬਟ ਪ੍ਰੋਸੈਸ ਇਹ ਹੈਗਾ ਕਿ ਜਦੋਂ ਤੁਸੀਂ ਇਨਲੈਂਡ ਤੋਂ ਐਪਲੀਕੇਸ਼ਨ ਲਗਾਉਂਦੇ ਹੋ, ਤੁਸੀਂ ਸਪਾਂਸਰਸ਼ਿਪ ਦੀ ਅਲੋਂਗ ਵਿਦ ਦ ਵਰਕ ਪਰਮਿਟ ਐਪਲੀਕੇਸ਼ਨ ਤੁਸੀਂ ਟੁਗੇਦਰ ਇੱਕ ਪੈਕੇਜ ਦੇ ਵਿੱਚ ਇਮੀਗ੍ਰੇਸ਼ਨ ਨੂੰ ਮੇਲ ਕਰਦੇ ਹੋ ਜੀ। ਬਿਲਕੁਲ। ਤੇ ਸਰ ਆਪਾਂ ਆਪਣੇ ਟੌਪਿਕ ਤੇ ਵਾਪਸ ਆਈਏ। ਤੁਸੀਂ ਦੱਸ ਰਹੇ ਸੀਗੇ ਕਿ ਇਸ ਵਾਰੀ ਜਿਹੜੀ ਇਮੀਗ੍ਰੇਸ਼ਨ ਆ ਵੀ ਉਹ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਇਸ ਵਕਤ ਇੱਥੇ ਹੈਗੇ ਨੇ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੋ ਚੁੱਕਿਆ, ਉਹਨਾਂ ਨੂੰ ਕਿ PR ਦਾ ਪਾਥ ਜਿਹੜਾ ਥੋੜਾ ਸੌਖਾਲਾ ਕੀਤਾ ਜਾਵੇ। ਬਿਲਕੁਲ ਜੀ, ਬਿਲਕੁਲ ਜੀ। ਤਰ ਜੀ ਇਹਦੇ ਨਾਲ ਜਿਹੜਾ ਇੰਪੈਕਟ ਹੋਇਆ ਉਹਦੇ ਨਾਲ ਇਹ ਹੈ ਕਿ ਵੀ ਐਵਰੀਬਾਡੀ ਜਿਹੜੇ ਸੋਚ ਰਹੇ ਸੀ ਕਿ ਜਿਹਨੂੰ ਸਿਰਫ PNP ਤੋਂ ਬਿਨਾ ਕੋਈ ਆਪਸ਼ਨ ਨਹੀਂ, LMA ਤੋਂ ਬਿਨਾ ਕੋਈ ਆਪਸ਼ਨ ਨਹੀਂ, ਉਹ ਰੁਕ ਗਏ ਨੇ। ਉਹਨਾਂ ਨੂੰ ਲੱਗਣ ਲੱਗਾ ਯੂਨੀਵਰਸਿਟੀ ਸਾਡੀ ਵੀ ਇੱਥੇ ਜ਼ਰੂਰਤ ਹੈਗੀ ਆ, ਇਵਨ ਰਿਗਾਰਡਲੈਸ ਚਾਹੇ ਮੇਰੇ ਕੋਲ ਹਾਈ ਸਕੂਲ ਹੈਗੀ ਆ, ਜੇ ਮੈਂ ਕੈਨੇਡੀਅਨ ਐਜੂਕੇਸ਼ਨ ਦੇ ਵਿੱਚ ਕੈਨੇਡੀਅਨ ਇਕਨੋਮੀ ਨੂੰ 1 ਸਾਲ ਕੰਮ ਕਰਕੇ ਤੇ ਟੈਕਸ ਦਿੱਤਾ ਹੈਗਾ, ਤਾਂ ਦੇਰ ਇਜ਼ ਅ ਚਾਂਸ ਕਿ ਕੈਨੇਡੀਅਨ ਇਮੀਗ੍ਰੇਸ਼ਨ ਮੈਨੂੰ ਚਾਹ ਰਹੀ ਹੈ ਕਿ ਮੈਂ ਇੱਥੇ ਰਹਾਂ। ਤੇ ਉਹਦੇ ਨਾਲ ਕੀ ਹੋਇਆ, ਜਿਹੜਾ ਪ੍ਰੋਵਿੰਸ਼ੀਅਲ ਨੋਮਨੀਆਂ ਦੇ ਉੱਪਰ ਬਰਡਨ ਸੀ, ਚਾਹੇ ਬੱਚੇ ਕੋਈ ਗ੍ਰੈਜੂਏਟ ਹੁੰਦਾ ਸੀ ਬਰੈਂਪਟਨ ਤੋਂ, ਉਹ ਟਰਾਈ ਕਰਦੇ ਸੀ ਨੋਵਾ ਸਕੋਸ਼ੀਆ ਜਾਣ ਚਲੇ ਜਾਣ, ਨਿਊਫਾਊਂਡਲੈਂਡ ਚਲੇ ਜਾਣ ਜਾਂ ਜਾਂ BC, ਉਹ ਹੁਣ ਰੁਕ ਗਏ ਨੇ। ਉਹ ਕੰਸੀਡਰ ਕਰ ਰਹੇ ਨੇ ਕਿ ਵੀ ਨਹੀਂ, ਜੇ ਅਗਰ ਸਾਡੀ ਇੱਥੇ ਰਹਿ ਕੇ ਹੀ ਹੋ ਰਹੀ ਹੈ ਤਾਂ ਦੇਰ ਇਜ਼ ਨੋ ਪੁਆਇੰਟ ਟੂ ਮੂਵ। ਸੋ ਕਿਤੇ ਨਾ ਕਿਤੇ PNP ਦੇ ਉੱਪਰ ਬਰਡਨ ਘਟਿਆ ਹੈਗਾ। ਤੇ ਮੋਰ ਓਵਰ ਐਂਡ ਆਫ ਦਾ ਡੇ ਜਿਹੜਾ ਇਮੀਗ੍ਰੇਸ਼ਨ ਦਾ ਟਾਰਗੇਟ ਆ ਉਹਦੇ ਵੱਲ ਨੂੰ ਇਮੀਗ੍ਰੇਸ਼ਨ ਚੱਲੀ ਹੋਈ ਹੈ ਕਿ ਵੀ ਜਿਹੜੇ ਇਨਲੈਂਡ ਹੈਗੇ ਨੇ ਉਹਨਾਂ ਨੂੰ PR ਦਿੱਤੀ ਜਾਵੇ। ਬਟ ਮੋਰ ਓਵਰ ਜਿਹੜਾ ਓਵਰਸੀਜ਼ ਐਪਲੀਕੈਂਟ ਵੇਟ ਕਰ ਰਹੇ ਨੇ, ਇੰਡੀਆ ਤੋਂ ਵੇਟ ਕਰ ਰਹੇ ਨੇ ਜਿਹੜੇ ਜੀ ਕਾਫੀ ਦੇਰ ਤੋਂ ਕਾਈਂਡ ਆਫ ਲਾਸਟ ਇਨ ਦ ਲਿਸਟ ਹੈਗੇ ਨੇ, ਉਹਨਾਂ ਦੇ ਉਹ 67 ਪੁਆਇੰਟਸ ਬਣਾ ਕੇ ਬੈਠੇ ਨੇ। ਤੇ ਉਹ ਹੋਪ ਕਰ ਰਹੇ ਨੇ ਕਿ ਵੀ ਜਿੱਦਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇੱਕ ਐਡਾ ਵੱਡਾ ਹਿਸਟਰੀ ਕ੍ਰੀਏਟ ਹੋਈ ਆ ਕਿ ਕੋਈ ਫੈਡਰਲ ਸਕਿਲਡ ਵਰਕਰ ਦੇ ਵਿੱਚ ਵੀ ਕੋਈ ਚਾਂਸਸ ਹੈਗੇ ਨੇ। ਤੇ ਸਾਨੂੰ ਡੇਲੀ ਬੇਸਿਸ ਤੇ ਇਦਾਂ ਦੀਆਂ ਕਾਲਸ ਆਉਂਦੀਆਂ ਨੇ ਤੇ ਮੈਂ ਉਹਨਾਂ ਨੂੰ ਸਟਰੋਂਗਲੀ ਇਨਕਰੇਜ ਕਰਦਾ, ਕਿਉਂਕਿ ਐਸ ਵੀ ਡਿਸਕਸ ਤਰਨ ਜੀ ਕਿ ਵੀ 5.5 ਲੱਖ ਪਰਸਨ ਨੂੰ ਇਮੀਗ੍ਰੇਸ਼ਨ ਦੇਣੀ ਆ। ਜਦੋਂ ਪਰਸਨ ਕਹਿ ਰਹੇ ਆ ਤਾਂ ਉਹ ਐਪਲੀਕੈਂਟ ਨੇ, ਐਪਲੀਕੈਂਟ ਦੇ ਨਾਲ ਉਹਨਾਂ ਦੇ ਫੈਮਿਲੀ ਮੈਂਬਰਸ ਕਿੰਨੇ ਨੇ ਉਹ ਮੈਟਰ ਨਹੀਂ ਕਰਦੇ। ਠੀਕ ਹੈ ਜੀ। ਸੋ 5.5 ਲੱਖ ਪ੍ਰਿੰਸੀਪਲ ਐਪਲੀਕੈਂਟ ਨੇ ਜਿਹੜੇ ਉਹਨਾਂ ਨੂੰ ਇਮੀਗ੍ਰੇਸ਼ਨ ਦੇਣੀ ਆ। ਤੇ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀਆਂ ਰਿਕੁਆਇਰਮੈਂਟ ਮੀਟ ਕਰਨ ਵਾਲੇ 5.5 ਲੱਖ ਪਰਸਨ ਨਹੀਂ ਹੈਗੇ।
ਠੀਕ ਹੈ ਜੀ। ਤਾਂ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਨੇ ਜਦੋਂ ਵੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਘਟ ਗਈਆਂ, ਕੋਵਿਡ ਤੋਂ ਬਾਅਦ ਸਿਚੁਏਸ਼ਨ ਨਾਰਮਲ ਹੋ ਗਈ, ਤਾਂ ਜਿਹੜੇ ਨੈਕਸਟ ਟਾਰਗੇਟ ਨੇ ਉਹ ਫੈਡਰਲ ਸਕਿੱਲ ਵਰਕਰ ਨੇ। ਉਹਦਾ ਕਾਰਨ ਇਹ ਵੀ ਹੈ ਤਰਨ ਜੀ, ਕਿਉਂਕਿ ਜਿਹੜਾ ਐਕਸਪ੍ਰੈਸ ਐਂਟਰੀ ਦਾ ਸਟਾਰਟ ਹੋਣ ਦਾ ਪਰਪਸ ਵੀ ਇਹ ਆ ਕਿ ਉਹਨਾਂ ਨੇ ਜਿਹੜੇ ਪੂਰੇ ਬ੍ਰਾਈਟ ਨੇ, ਮਤਲਬ ਇਨ ਟਰਮਸ ਆਫ देयर ਐਜੂਕੇਸ਼ਨ, ਇਨ ਟਰਮਸ देयर ਇੰਗਲਿਸ਼, ਤੇ ਟਾਪ ਆਫ ਦਾ ਲਾਈਨ ਆਪਾਂ ਕੈਂਡੀਡੇਟ ਕਹਿ ਲਈਏ, ਉਹਨੂੰ ਚੱਕਣ ਦੇ ਲਈ ਇੱਕ ਇਹ ਐਕਸਪ੍ਰੈਸ ਐਂਟਰੀ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਗਿਆ ਸੀ। ਸੋ ਜੋ ਵੀ ਮੈਨੂੰ ਤੁਹਾਡੇ ਪ੍ਰੋਗਰਾਮ ਰਾਹੀਂ ਇਸ ਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਸਟਰੋਂਗਲੀ ਇਨਕਰੇਜ ਕਰਦਾ ਕਿ ਪਲੀਜ਼ ਜੇ ਤੁਸੀਂ ਆਪਣਾ ਪ੍ਰੋਫਾਈਲ ਨਹੀਂ ਬਣਾਇਆ, ਤੁਸੀਂ ਪ੍ਰੋਫਾਈਲ ਬਣਾਓ। ਐਂਡ ਆਈ ਸਟਰੋਂਗਲੀ ਰਿਕਮੈਂਡ ਕਿ ਤੁਸੀਂ ਕਿਸੇ ICCRC ਮੈਂਬਰ ਜਿਹੜੇ ਸਰਟੀਫਾਈਡ ਨੇ, ਜਿਹਨਾਂ ਨੂੰ ਪਤਾ ਇਮੀਗ੍ਰੇਸ਼ਨ ਕਿੱਦਾਂ ਵਰਕ ਕਰਦੀ ਹੈ, ਤੁਸੀਂ ਉਹਨਾਂ ਦੀ ਹੈਲਪ ਦੇ ਨਾਲ ਬਣਾਓ। ਜਦ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ ਤੇ देयर इज अ वेरी गुड चांसेस ਕਿ ਵੀ ਤੁਹਾਡਾ ਵੀ ਐਕਸਪ੍ਰੈਸ ਐਂਟਰੀ ਦੇ ਵਿੱਚ ਚਾਂਸ ਹੈਗਾ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਕੇ ਨੇ, ਸਾਡੇ ਨਾਲ ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਪੁੱਤ, ਮੈਂ ਐਡਮਿੰਟਨ ਤੋਂ ਬੋਲਦੀ ਹਾਂ। ਪਹਿਲਾਂ ਇੱਕ ਦਿਨ ਕਰਿਆ ਸੀ ਫੋਨ ਪੁੱਤ, ਮੈਨੂੰ ਸਮਝ ਨਹੀਂ ਆਈ ਗੱਲ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਅਸੀਂ 6-7ਵਾਂ ਸਾਲ ਲੱਗ ਗਿਆ ਸਾਨੂੰ, ਅਸੀਂ ਸੁਪਰ ਵੀਜ਼ੇ ਤੇ ਹੈ, ਜਿਹੜੀ ਅਸੀਂ ਇੱਥੇ ਹੀ ਆ, ਇੰਡੀਆ ਗੇੜਾ ਲਾ ਜਾਂਦੇ ਸੀ, ਆ ਜਾਂਦੇ ਸੀਗੇ। ਠੀਕ ਹੈ ਜੀ। PR ਦੀ ਫਾਈਲ ਬੈਠੀ ਅਸੀਂ 19 ਚ ਲਾਈ ਸੀ ਜਨਵਰੀ ਚ। ਠੀਕ ਹੈ ਜੀ। ਤੇ 2 ਵਾਰ ਉਹਨਾਂ ਨੇ ਪੇਪਰ ਮੰਗੇ ਸੀ ਇਨਕਮ ਦੇ, ਤੇ ਉਹ ਭੇਜਦੇ ਸੀਗੇ। ਤੇ ਹੁਣ ਉਹਨਾਂ ਨੇ 4 ਫਰਵਰੀ ਨੂੰ ਫਿਰ ਉੱਥੋਂ ਕੋਈ ਫੋਨ ਫਾਨ ਆਇਆ ਹੋਣਾ, ਉਹਨਾਂ ਨੇ ਵੀ ਕਿਹਾ ਸੀ ਵੀ ਤੁਹਾਡੇ ਪਿੱਛੇ ਬੱਚਾ ਵੀ ਕਿਵੇਂ ਹੈ। ਮੈਂ ਸਾਡਾ ਬੇਟਾ ਇੰਡੀਆ, ਵੀ ਉਹਦੇ ਬੱਚੇ ਵੱਡੇ ਨੇ, ਵੀ ਨਾਲੇ ਉਹ ਠੀਕ ਨਹੀਂ ਸਾਡੇ ਨਾਲ। ਤੇ ਉਹ ਪੂਰੀ ਕਰਕੇ ਨਾ ਫਾਈਲ ਬੇਟੇ ਭੇਜਦੀ ਸੀ, ਵਕੀਲ ਕਰਿਆ ਵਾ ਸੀ ਅਸੀਂ, ਪਹਿਲਾਂ ਰਿਫਿਊਜ਼ ਕਰਤੀ ਸੀ ਉਹਨਾਂ ਨੇ ਫਾਈਲ। ਉਹ ਕਹਿੰਦੇ ਵੀ ਦੁਬਾਰਾ ਪੇਪਰ ਭੇਜ ਦਿਓ ਤੁਸੀਂ ਇਸੇ ਨੰਬਰ ਤੇ, ਨੰਬਰ ਉਹੀ ਆ ਫਾਈਲ ਦਾ। ਵੀ ਹੁਣ ਕਹਿੰਦੇ ਵੀ ਹੁਣ ਉਹਨਾਂ ਨੇ ਜਵਾਬ ਕਰਿਆ ਸੀ ਵੀ ਅਸੀਂ ਤੁਹਾਡੀ ਸਾਰੀ ਫਾਈਲ ਪੂਰੀ ਕਰਕੇ ਅਪੀਲ ਬੋਰਡ ਕੋ ਭੇਜਤੀ। ਉਹਨਾਂ ਕੋਲ ਪੁੱਤ ਕਿੰਨਾ ਕੁ ਪ੍ਰੋਸੈਸ ਨੂੰ ਟਾਈਮ ਲੱਗਦਾ, ਮਹੀਨਾ ਹੋ ਗਿਆ ਭੇਜੀ ਨੂੰ। ਤੁਹਾਡਾ ਪਹਿਲਾਂ ਰਿਫਿਊਜ਼ ਹੋ ਚੁੱਕਿਆ ਜੀ? ਪਹਿਲਾਂ ਮਤਲਬ ਫਾਈਲ ਉਹ ਆਏ, ਉਹਨਾਂ ਨੇ ਪਤਾ ਨਹੀਂ ਰਿਫਿਊਜ਼ ਕਿਹਾ ਜਾਂ ਕੀ ਕਿਹਾ, ਉਹ ਕਹਿੰਦੇ ਤੁਸੀਂ ਅਪੀਲ ਕਰ ਸਕਦੇ ਹੋ, ਦੁਬਾਰਾ ਪੇਪਰ ਭੇਜ ਦਿਓ। ਫਿਰ ਜਿਹੜੀ ਅਸੀਂ ਅਪੀਲ ਕਰੀ। 1 ਮਿੰਟ ਲਈ ਫਿਰ ਤੁਸੀਂ ਹੋਲਡ ਕਰਿਓ, ਮੈਂ ਜ਼ੋਰਾ ਜੀ ਨੂੰ ਇੱਥੋਂ ਪੁੱਛ ਲਵਾਂ। 1 ਮਿੰਟ ਲਈ ਹੋਲਡ ਕਰਿਓ। ਜ਼ੋਰਾ ਜੀ, ਤੁਹਾਨੂੰ ਸਮਝ ਆ ਗਿਆ ਜਾਂ ਆਪਾਂ ਕੁਝ ਪੁੱਛੀਏ ਇਹਨਾਂ ਤੋਂ ਹੋਰ? ਤਰਨ ਜੀ, ਇਹਨਾਂ ਦੀ ਇੱਕ ਗੱਲ ਮੈਨੂੰ ਕਲੀਅਰ ਨਹੀਂ ਹੋਈ, ਜਦੋਂ ਉਹਨਾਂ ਨੇ ਰਿਫਿਊਜ਼ ਕਰੀ ਅਪੀਲ ਹੋ ਗਈ, ਜਿਹੜਾ ਰਿਫਿਊਜ਼ ਕਰਨ ਦਾ ਕਾਰਨ ਸੀ ਕਿ ਫੈਮਿਲੀ ਮੈਂਬਰ ਸੀ ਜਿਹੜਾ ਐਕਚੁਅਲੀ ਮੈਨੂੰ ਯਾਦ ਹੈ ਕਿ ਇਹਨਾਂ ਨੇ ਪਿਛਲੀ ਵਾਰ ਵੀ, ਮੈਮ ਤੁਸੀਂ 1 ਮਿੰਟ ਲਈ ਹੋਲਡ ਕਰਿਓ, ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਇੰਡੀਆ ਦੇ ਵਿੱਚ ਵੀ ਇੱਕ ਬੇਟਾ ਹੈਗਾ, ਬਟ ਉਹਨਾਂ ਨਾਲ ਰਿਲੇਸ਼ਨਸ ਕੁਝ ਜ਼ਿਆਦਾ ਗੁੱਡ ਨਹੀਂ ਹੈਗੇ, ਸੋ ਇੱਥੇ ਆਪਣੇ ਬੱਚਿਆਂ ਕੋਲ ਰਹਿਣਾ ਚਾਹੁੰਦੇ ਨੇ। ਸੋ ਇਸ ਲਈ ਇਹਨਾਂ ਨੇ ਇੱਥੇ ਲਗਾਈ ਸੀ ਆਪਣੀ ਫਾਈਲ। ਤੇ ਮੇਰੇ ਖਿਆਲ 'ਚ ਇਹਨਾਂ ਨੂੰ ਇਹ ਰੀਜ਼ਨ ਪੁੱਛਿਆ ਗਿਆ ਕਿ ਤੁਹਾਡੇ ਆਲਰੇਡੀ ਇੰਡੀਆ ਦੇ ਵਿੱਚ ਫੈਮਿਲੀ ਹੈਗੀ ਆ, ਸੋ ਤੁਸੀਂ ਇੱਥੇ ਕਿਉਂ ਆਉਣਾ ਚਾਹੁੰਦੇ ਹੋ। ਮੇਬੀ ਇਹ ਰੀਜ਼ਨ ਹੋ ਸਕਦਾ। 2 ਜਣੇ ਅਸੀਂ 65 ਸਾਲ ਤੋਂ ਉੱਪਰ। ਮੈਡਮ, ਤੁਹਾਨੂੰ ਉਹਨਾਂ ਨੇ ਕੋਈ ਦੱਸਿਆ ਜੀ ਕਿ ਤੁਹਾਡੀ ਫਾਈਲ ਰਿਫਿਊਜ਼ ਹੋਣ ਦਾ ਕਾਰਨ ਕੀ ਆ, ਵੀ ਕਿਉਂ ਤੁਹਾਨੂੰ ਮਨਾ ਕੀਤਾ ਜਾ ਰਿਹਾ? ਨਹੀਂ ਪੁੱਤ, ਐਂ ਤਾਂ ਕੁਛ ਨਹੀਂ ਕਿਹਾ ਉਹਨਾਂ ਨੇ, ਬਸ ਆਹੀ ਪੁੱਛਿਆ ਤੇ ਹਾਂ ਸਾਡੇ ਵਕੀਲ ਨੇ ਪੇਪਰ ਪੂਰੇ ਕਰਕੇ ਉਹ ਭੇਜਤੇ ਜੀ। 1 ਮਿੰਟ ਲਈ ਉਹਨਾਂ ਨੇ ਜਿਹੜੀ ਕਰੀ ਤੀ ਮੇਲ ਵੀ ਅਸੀਂ ਤੁਹਾਡੀ ਫਾਈਲ ਅਪੀਲ ਬੋਰਡ ਕੋਲ ਭੇਜਤੀ ਜੀ। ਜੀ ਜ਼ੋਰਾ ਜੀ, ਆਪਾਂ ਆਨਸਰ ਦਈਏ ਜਾਂ ਇਸ ਤੋਂ ਇਲਾਵਾ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਤਰਨ ਜੀ, ਬਸ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਤੇ ਐਪਲੀਕੇਸ਼ਨ ਕਰੀ ਸੀ ਜਾਂ ਪੇਰੈਂਟਸ ਸਪਾਂਸਰਸ਼ਿਪ? ਜੀ ਮੈਂ ਤੁਹਾਡਾ ਜੀ ਤੁਹਾਡੀ ਫਾਈਲ ਲਗਾਈ ਕਿੱਦਾਂ ਸੀ? ਹਿਊਮਨਿਟੇਰੀਅਨ ਬੇਸ ਦੇ ਉੱਤੇ ਲਾਈ ਸੀ ਜਾਂ ਫਿਰ ਤੁਹਾਡਾ ਪੂਲ 'ਚ ਫਾਈਲ ਪਾਈ ਸੀ, ਤੁਹਾਡਾ ਡਰਾ ਨਿਕਲਿਆ ਸੀ? ਨਹੀਂ ਪੁੱਤ, ਜਦ ਤਾਂ ਉਹ ਜਿਹੜੀ ਨੰਬਰ ਵਾਈਜ਼ ਲਾਈ ਸੀ ਉੱਥੇ ਨੰਬਰ ਆ ਗਿਆ ਸੀ ਪਹਿਲਾਂ ਹੀ। ਤੁਹਾਡੀ ਫਾਈਲ ਮਤਲਬ ਨੰਬਰ ਆ ਗਿਆ ਸੀ, ਉਦੋਂ ਚੱਕੀ ਗਈ ਸੀ ਤੁਹਾਡੀ ਫਾਈਲ, ਪਹਿਲਾਂ ਦੀ ਲਾਈ ਹੋਈ ਸੀ ਵਿੱਚ? ਹਾਂਜੀ ਹਾਂਜੀ ਹਾਂ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ ਜੀ। ਸਰ, ਮੈਂ ਚਾਹਾਂਗੀ ਆਪਾਂ ਇਹਨਾਂ ਨੂੰ ਥੋੜਾ ਜਿਹਾ ਆਸਾਨ ਜੇ ਆਪਾਂ ਲੈਂਗੁਏਜ ਵਿੱਚ ਸਮਝਾ ਸਕੀਏ ਤਾਂ ਇਹਨਾਂ ਦਾ ਆਨਸਰ ਦੇ ਸਕੀਏ ਜੀ। ਤਰਨ ਜੀ, ਇਸ ਤਰ੍ਹਾਂ ਕਿ ਵੀ ਜਿੱਦਾਂ ਇਹ ਕਹਿ ਰਹੇ ਨੇ 7 ਸਾਲ ਤੋਂ ਇਹ ਸੁਪਰ ਵੀਜ਼ੇ ਤੇ ਨੇ ਤੇ ਇਹਨਾਂ ਨੇ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਈ ਹੋਈ ਆ। ਉਸ ਤੋਂ ਬਾਅਦ ਇਮੀਗ੍ਰੇਸ਼ਨ ਨੇ ਇਨਕਮ ਦੇ ਡਾਕੂਮੈਂਟਸ ਮੰਗੇ ਨੇ ਤੇ ਮੈਨੂੰ ਇਹ ਅੰਡਰਸਟੈਂਡਿੰਗ ਨਹੀਂ ਹੋਈ ਕਿ ਵੀ ਜਿਹੜਾ ਸਨ ਦੇ ਨਾਲ ਰਿਲੇਸ਼ਨ ਦਾ ਕੋਈ ਪੁਆਇੰਟ ਨਹੀਂ ਬਣਦਾ ਇਸ ਦੇ ਵਿੱਚ, ਕਿਉਂਕਿ ਜਿਹੜੀ ਇਹ ਐਪਲੀਕੇਸ਼ਨ ਹੁੰਦੀ ਹੈ ਇਹਦੇ ਵਿੱਚ ਇਹ ਸਿਰਫ ਬੇਸਡ ਔਨ ਇਨਕਮ ਹੁੰਦੀ ਹੈ ਕਿ ਵੀ ਤੁਹਾਡੀ ਜਿਹੜਾ ਹੋਸਟ ਫੈਮਿਲੀ ਆ ਉਹਦੀ ਇਨਕਮ ਮੈਚ ਹੋ ਰਹੀ ਆ ਤੇ ਬਾਕੀ ਆਲ ਅਦਰ ਰਿਕੁਆਇਰਮੈਂਟਸ, ਫॉर ਐਗਜ਼ਾਮਪਲ ਇਹਨਾਂ ਦਾ ਮੈਡੀਕਲ ਠੀਕ ਆ, ਕ੍ਰਿਮੀਨਲ ਰੈਕੋਰਡ ਠੀਕ ਆ, ਤੇ ਫਿਰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਤੇ ਜੇ ਇਹਨਾਂ ਨੂੰ ਆਲਰੇਡੀ ਉਸ ਤੋਂ ਬਾਅਦ ਰਿਫਿਊਜ਼ ਤੋਂ ਬਾਅਦ ਇਹਨਾਂ ਨੇ ਅਪੀਲ ਕੀਤੀ ਤੇ ਦੁਬਾਰਾ ਐਪਲੀਕੇਸ਼ਨ ਰੀਕਨਸੀਡਰ ਹੋਈ ਆ, ਤਾਂ ਮੈਂ ਇਹਨਾਂ ਨੂੰ ਰეკਮੈਂਡ ਕਰਦਾ ਕਿ ਪਲੀਜ਼ ਵੇਟ ਕਰ ਲੈਣ।
ਅੰਟਿਲ ਲੈਟਸ ਸੇ April ਤੱਕ। ਉਸ ਤੋਂ ਬਾਅਦ ਇਹ ਥਰੂ ਆਪਣੇ ਲੋਕਲ ਮੈਂਬਰ ਆਫ ਪਾਰਲੀਮੈਂਟ ਤੱਕ ਇਨਕੁਆਰੀ ਪਾ ਲੈਣ। ਜੇ ਫਿਰ ਵੀ ਇਹਨਾਂ ਨੂੰ ਡਿਫਿਕਲਟੀ ਆਉਂਦੀ ਪਲੀਜ਼ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ। ਤੇ ਐਂਡ ਦੇ ਵਿੱਚ ਮੈਂ ਕਲਾਸ ਦੇ ਵਿੱਚ ਇਹਨਾਂ ਨੂੰ ਹੋਰ ਐਡਵਾਈਸ ਦੇਣੀ ਚਾਹੁੰਦਾ ਕਿ ਵੀ ਜਿਹੜੀ ਇਹਨਾਂ ਦੀ ਐਪਲੀਕੇਸ਼ਨ ਚੱਲਦੀ ਪਈ ਆ ਉਹਦੇ ਇੱਕ ATEP ਨੋਟਸ ਕਹਿੰਦੇ ਨੇ, ਜਿਹਨੂੰ ਆਪਾਂ GCMS ਵੀ ਕਹਿੰਦੇ ਨੇ ਕਿ ਕੇਪਸ ਨੋਟਸ ਵੀ ਕਹਿ ਦਿੰਦੇ ਨੇ। ਤੇ ਮੈਂ ਇਹਨਾਂ ਨੂੰ ਸਟਰੋਂਗਲੀ ਇਨਕਰੇਜ ਕਰਦਾ ਕਿ ਉਹ ਅਪਲਾਈ ਕਰ ਦੇਣ। ਉਹਦੇ ਨਾਲ ਐਟਲੀਸਟ ਇਹਨਾਂ ਨੂੰ ਜਿਹੜੀ ਐਪਲੀਕੇਸ਼ਨ ਦੀ ਐਗਜ਼ੈਕਟਲੀ ਕੀ ਚੱਲ ਕੀ ਰਿਹਾ ਉਹਦੀ ਪਿਕਚਰ ਕਲੀਅਰ ਹੋ ਜਾਵੇ। ਜੀ ਬਿਲਕੁਲ ਜੀ, ਮੈਂ ਇੱਕ ਵਾਰੀ ਉਹਨਾਂ ਨੂੰ ਥੋੜਾ ਜਿਹਾ ਆਸਾਨ ਲੈਂਗੁਏਜ ਵਿੱਚ ਸਮਝਾ ਦਵਾਂ ਕਿ ਥੋੜਾ ਜਿਹਾ ਸਮਾਂ ਲਈ ਤੁਸੀਂ ਵੇਟ ਕਰ ਲਵੋ ਆਪਦੇ ਪ੍ਰੋਸੈਸ ਨੂੰ ਲੈ ਕੇ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਆਪਣੇ ਲਾਇਰ ਨੂੰ ਕਹਿ ਕੇ ਅੱਗੇ ਇਹ ਪਤਾ ਕਰਵਾ ਸਕਦੇ ਹੋ ਤੁਹਾਡੀ ਫਾਈਲ ਇਸ ਵਕਤ ਕੀ ਚੱਲ ਰਿਹਾ, ਉੱਥੇ ਕੀ ਨਹੀਂ ਚੱਲ ਰਿਹਾ, ਕਿੱਥੇ ਹੈਗੀ ਇਸ ਵਕਤ ਤੁਹਾਡੀ ਫਾਈਲ ਤੇ ਕੀ ਪ੍ਰੋਸੈਸ ਚੱਲਦਾ ਪਿਆ। ਇਸ ਤੋਂ ਇਲਾਵਾ ਜੇ ਤੁਹਾਡਾ ਵੇਟ ਕਰਨ ਤੋਂ ਬਾਅਦ ਵੀ ਕੁਝ ਨਹੀਂ ਆ ਰਿਹਾ, ਤੁਸੀਂ ਆਪਣੇ ਲੋਕਲ ਜਿਹੜਾ ਤੁਹਾਡਾ ਉੱਥੇ MP ਹੈਗਾ, ਤੁਸੀਂ ਉਹਨਾਂ ਦੇ ਰਾਹੀਂ ਜਿਹੜਾ ਕੋਈ ਲੈਟਰ ਲਿਖਵਾ ਕੇ ਉਹਨਾਂ ਨੂੰ ਭੇਜ ਸਕਦੇ ਹੋ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? हाँ जी, मैं दीपक बोल रहा जी, तो विनीपेग तो। जी दीपक जी, की सवाल है? हाँ जी, मैं पूछना सी कि मैं दिसंबर की 11 तरीक को अप्लाई किया LMI का ट्रक का जी। हाँ जी, हजे तक कोई जवाब नहीं आ रहा ते मेरी फैमिली भी नाल है कि मेरी वाइफ नाल ऊपर मिलूगा कि नहीं मिलूगा, कोई नवा है ना प्रोसेस कढ़िया होवे। ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਵਾਈਫ ਲਈ ਕੋਈ ਓਪਨ ਵਰਕ ਪਰਮਿਟ ਦਾ ਆਪਸ਼ਨ ਹੋ ਸਕਦਾ ਕਿ ਨਹੀਂ? हाँ जी, वाइफ ਲਈ ਵੀ ਤੇ ਦੂਜਾ ਕਿੰਨਾ ਕੁ ਟਾਈਮ ਲੱਗ ਸਕਦਾ ਕਿ ਜਿੱਦਾਂ LMI ਲਈ? ਜੀ ਤੁਸੀਂ 1 ਮਿੰਟ ਲਈ ਹੋਲਡ ਕਰਿਓ, 1 ਮਿੰਟ ਲਈ ਹੋਲਡ ਕਰਿਓ। ਜੀ ਜ਼ੋਰਾ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਤਰਨ ਜੀ ਇਹਨਾਂ ਤੋਂ ਇਹ ਪਤਾ ਕਰੋ ਕਿ ਵੀ ਤੁਸੀਂ LMI ਇਨ ਪ੍ਰੋਸੈਸ ਹੈ ਕਿ ਵਰਕ ਪਰਮਿਟ ਇਨ ਪ੍ਰੋਸੈਸ? ਤੁਹਾਡੀ ਜੀ LMI ਇਹ ਪ੍ਰੋਸੈਸ ਦੇ ਵਿੱਚ ਹੈ ਜਾਂ ਫਿਰ ਵਰਕ ਪਰਮਿਟ ਪ੍ਰੋਸੈਸ ਦੇ ਵਿੱਚ ਆ? LMI ਠੀਕ ਹੈ, ਸਕਰੀਨ ਤੇ ਆਪਾਂ ਆਨਸਰ ਕਰ ਸਕਦੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਸਰ। ਇੱਕ ਕਾਲਰ ਹੋ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬਰਮਟਨ ਤੋਂ ਬੋਲ ਰਿਹਾ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਮੇਰੇ ਲੜਕੇ ਨੇ LMI ਕਰਕੇ ਤੇ ਵਰਕ ਪਰਮਿਟ ਦੇ ਪੇਪਰ ਤਿਆਰ ਕਰਕੇ ਦਿੱਲੀ ਨੂੰ ਇੱਥੇ ਉਹ ਟੀਚਰ ਵੀ ਆਇਆ ਸੀਗਾ ਜੀ। ਉਹਨੇ ਆਪਣੇ LMI ਪਾਸ ਕਰਕੇ ਤਾਂ ਵਰਕ ਪਰਮਿਟ ਦੀ ਸੁਆਖਾ ਵੀ ਦਿੱਲੀ ਨੂੰ ਭੇਜਿਆ। ਹੁਣ ਉਹ ਇੰਡੀਆ ਰਹਿੰਦਾ ਹੈਗਾ ਇਸ ਵੇਲੇ ਤੇ ਉਹਦੇ LMI ਵਰਕ ਪਰਮਿਟ ਉਹਨੂੰ ਫਾਈਲ ਨੰਬਰ ਦੇ ਦਿੱਤਾ ਉਹਨਾਂ ਨੇ। ਹੋਰ ਕਿੰਨਾ ਟਾਈਮ ਉਹਨੂੰ ਲੱਗੂਗਾ? ਉਹ ਜੀ ਕਦੋਂ? ਅਕਤੂਬਰ ਮਹੀਨੇ ਦਾ ਕੀਤਾ ਹੋਇਆ ਜੀ। ਓਕੇ ਹਾਂਜੀ ਜੀ, 1 ਮਿੰਟ ਲਈ ਹੋਲਡ ਕਰਿਓ। ਸਰ ਤੁਹਾਨੂੰ ਸਵਾਲ ਸਮਝ ਆ ਗਿਆ ਜਾਂ ਮੈਂ ਰਿਪੀਟ ਕਰਾਂ? ਤਰਨ ਜੀ ਮੈਨੂੰ ਬਿਲਕੁਲ ਕੁਝ ਨਹੀਂ ਸਮਝ ਆਇਆ, ਪਲੀਜ਼ ਤੁਸੀਂ ਰਿਪੀਟ ਕਰੋ। ਮੈਂ ਤੁਹਾਨੂੰ ਸਰ 1 ਮਿੰਟ ਲਈ ਤੁਸੀਂ ਹੋਲਡ ਕਰਿਓ ਜੀ, 1 ਮਿੰਟ ਲਈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਲੜਕੇ ਦੀ ਗੱਲ ਕਰ ਰਹੇ ਨੇ, ਇੰਡੀਆ ਵਿੱਚ ਰਹਿੰਦਾ ਹੈ। ਇੱਥੇ ਉਹ ਪੁੱਛਣਾ ਚਾਹੁੰਦੇ ਨੇ ਕਿ LMI ਤੇ ਵਰਕ ਪਰਮਿਟ ਲਈ ਉਹਨਾਂ ਨੇ ਕਾਗਜ਼ ਭੇਜੇ ਸੀਗੇ ਜੋ ਕਿ ਉਹਨਾਂ ਨੇ ਅਕਤੂਬਰ ਦੇ ਵਿੱਚ ਭੇਜੇ ਸੀ ਤੇ ਉਹਨਾਂ ਨੇ ਫਾਈਲ ਨੰਬਰ ਭੇਜ ਦਿੱਤਾ ਆ, ਬਟ ਅਜੇ ਤੱਕ ਇਸ ਤੋਂ ਅੱਗੇ ਕੋਈ ਵੀ ਪ੍ਰੋਸੈਸ ਦੇ ਬਾਰੇ ਪਤਾ ਨਹੀਂ ਲੱਗਿਆ ਹੈਗਾ ਕਿੰਨਾ ਟਾਈਮ ਲੱਗੂਗਾ। ਉਹਦੇ ਵਿੱਚ LMI ਕਿਸ ਚੀਜ਼ ਦੀ, ਕਿਹੜੇ ਕਿਸ ਚੀਜ਼ ਦੀ LMI ਹੈ ਜੀ? ਕਿਹੜੇ ਕੰਮ ਦੀ? ਹੈਲੋ ਕਾਰਪੈਂਟਰ ਦੀ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਕਾਲਰ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਤਾਂ USA ਤੋਂ ਬੋਲਦੀ ਹਾਂ। ਵੈਸੇ ਮੇਰੇ ਇੰਡੀਆ ਤੇ ਬੇਟੇ ਨੇ ਅਪਲਾਈ ਕੀਤਾ ਸੀ ਕੈਨੇਡਾ ਤੇ ਉਹਨਾਂ ਨੂੰ ਆਫਰ ਲੈਟਰ ਆ ਗਈ ਸੀ ਸਟੱਡੀ ਬੇਸ ਤੇ ਜੀ। ਤੇ ਮੁੜ ਕੇ ਉਹਨਾਂ ਨੇ ਮਤਲਬ ਕਿ ਜਨਵਰੀ 'ਚ ਉਹਨਾਂ ਨੇ ਜਾਣਾ ਸੀਗਾ ਤੇ ਪੈਸੇ ਜਿੰਨੇ ਜਮਾ ਕਰਾਉਣੇ ਕਾਲਜ ਟੋਰਾਂਟੋ ਦੇ ਵਿੱਚ ਕਰਾਏ ਸੀਗੇ ਜਮਾ ਵੀ ਜੀ। ਤੇ ਉਹ 7-8 ਮਹੀਨੇ ਬਾਅਦ ਫਾਈਲ 'ਚ ਕੋਈ ਤੇ ਬਾਅਦ 'ਚ ਸਾਨੂੰ ਆ ਗਿਆ ਰਿਸੀਵ ਹੋ ਕੇ ਵੀ ਤੁਸੀਂ ਪੱਕੇ ਹੋਣ ਵਾਸਤੇ ਜਾਣਾ ਆ ਤੇ ਇਸ ਕਰਕੇ ਸਾਨੂੰ ਤੇ ਫੀਲ ਕੀਤਾ ਤੁਸੀਂ ਇੱਥੇ ਵੀ ਪੜ੍ਹ ਸਕਦੇ ਆ। ਇੱਦਾਂ ਕਿਉਂ ਇੱਦਾਂ ਹੋਇਆ? 1 ਮਿੰਟ ਲਈ ਹੋਲਡ ਕਰਿਓ। ਜ਼ੋਰਾ ਜੀ ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ ਤਰਨ ਜੀ, ਸਟੱਡੀ ਪਰਮਿਟ ਬੇਸਿਕਲੀ ਰਿਫਿਊਜ਼ ਹੋਇਆ। ਹਾਂਜੀ ਸਟੱਡੀ ਪਰਮਿਟ ਤੇ ਜੀ ਕਰਾਇਆ ਸੀ ਤੇ ਉਹ ਕਹਿ ਰਹੇ ਨੇ ਕਿ ਯੂਨੀਵਰਸਿਟੀ ਵਾਲੇ ਤੁਸੀਂ ਉੱਥੇ ਇੰਡੀਆ ਰਹਿ ਕੇ ਵੀ ਪੜ੍ਹ ਸਕਦੇ ਹੋ, ਤੁਸੀਂ ਇੱਥੇ ਪੱਕੇ ਹੋਣ ਲਈ ਆਉਣਾ ਚਾਹੁੰਦੇ ਹੋ। ਯੂਨੀਵਰਸਿਟੀ ਵਾਲੇ ਨੇ ਕਿਹਾ ਜਿਹੜੀ ਇਮੀਗ੍ਰੇਸ਼ਨ ਵਾਲਿਆਂ ਨੇ ਜੀ ਇਮੀਗ੍ਰੇਸ਼ਨ ਵਾਲਿਆਂ ਨੇ। ਸਰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ ਆਪਾਂ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਤੇ ਸਰ ਬਸ ਜੀ ਕਾਲਸ ਦਾ ਸਿਲਸਿਲਾ ਇਸ ਵਕਤ ਇੱਥੇ ਸਮਾਪਤ ਕਰਦੇ ਹਾਂ। ਆਪਾਂ ਕੁਝ ਟੌਪਿਕ ਤੇ ਵੀ ਅਖੀਰ ਦੇ ਵਿੱਚ 2 ਮਿੰਟ ਗੱਲ ਕਰ ਲਈਏ। ਪਹਿਲਾਂ ਜੀ ਦੀਪਕ ਜੀ ਦੀ ਕਾਲ ਦਾ ਜਵਾਬ ਦੇ ਦਈਏ। ਟਰੱਕ ਦੀ LMI ਲਈ ਜਿਨ੍ਹਾਂ ਨੇ ਕਿਹਾ ਸੀ ਕਿ ਅਜੇ ਤੱਕ ਕੋਈ ਜਵਾਬ ਨਹੀਂ ਆਇਆ,
ਤੇ ਨਾਲ ਪੁੱਛਣਾ ਚਾਹੁੰਦੇ ਨੇ ਵਾਈਫ ਲਈ ਓਪਨ ਵਰਕ ਪਰਮਿਟ ਲਈ ਕੀ ਆਪਸ਼ਨਸ ਹੋ ਸਕਦੇ ਨੇ? ਜੀ ਦੇਖੋ LMIA ਦੇ ਵਿੱਚ ਥੋੜਾ ਡਿਲੇ ਜ਼ਰੂਰ ਚੱਲ ਰਿਹਾ ਹੈ ਬਟ LMIA ਪ੍ਰੋਸੈਸ ਹੋ ਰਹੀ ਹੈ ਤੇ ਆਈ ਸਟਰੋਂਗਲੀ ਰეკਮੈਂਡ them ਕਿ ਵੀ ਜੇ ਇਹਨਾਂ ਦੀ LMIA ਇਨ ਪ੍ਰੋਸੈਸ ਹੈਗੀ ਆ ਤੇ ਇਹ ਐਜ਼ ਏ ਮਤਲਬ ਉਹਨਾਂ ਦੇ EMPLOYE ਕੁਝ ਨਹੀਂ ਕਰ ਸਕਦੇ ਬਟ ਇਹਨਾਂ ਦੀ ਜਿਹੜੀ ਕੰਪਨੀ ਹੈ ਉਹ ਸਰਵਿਸ ਕੈਨੇਡਾ ਨੂੰ ਕੰਟੈਕਟ ਕਰ ਸਕਦੀ ਹੈ ਜਾਂ ਜਿਹੜਾ ਇਹਨਾਂ ਦਾ ਵੀ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗਾ ਉਹ ਉਹਨਾਂ ਨੂੰ ਕੰਟੈਕਟ ਕਰ ਸਕਦਾ ਹੈਗਾ। ਤੇ ਦੂਸਰੇ ਪਾਸੇ ਜਿਹੜਾ ਇਹ ਕਹਿ ਰਹੇ ਨੇ ਕਿ ਜੇ ਲੈਟਸ ਸੇ ਜਦੋਂ ਇਹਨਾਂ ਨੂੰ ਵਰਕ ਪਰਮਿਟ ਇਸ਼ੂ ਹੋ ਜਾਂਦਾ ਟਰੱਕ ਡਰਾਈਵਰ ਦਾ ਕਿ ਇਹ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਦਵਾ ਸਕਦੇ ਨੇ ਤਾਂ ਉਹਦਾ ਆਨਸਰ ਹੈਗਾ ਕਿ ਨਹੀਂ ਦਵਾ ਸਕਦੇ ਜੀ ਕਿਉਂਕਿ ਜਿਹੜੀ ਨੌਕਸੀ ਕੈਟਾਗਰੀ ਹੈ ਉਹਦੇ ਵਿੱਚ ਸਪਾਊਸ ਨੂੰ ਓਪਨ ਵਰਕ ਪਰਮਿਟ ਨਹੀਂ ਮਿਲਦਾ ਹੈਗਾ ਬਟ ਇੱਕ ਐਕਸੈਪਸ਼ਨ ਹੈਗੀ ਆ ਜਦੋਂ ਇਹ ਪ੍ਰੋਵਿੰਸ਼ੀਅਲ ਨੋਮਨੀ ਹੋਲਡਰ ਹੋ ਜਾਣਗੇ ਮਤਲਬ ਇਹਨਾਂ ਦੀ ਪ੍ਰੋਵਿੰਸ਼ੀਅਲ ਨੋਮਨੀ ਹੋ ਜਾਊਗੀ ਫਿਰ ਰਿਗਾਰਡਲੈਸ ਚਾਹੇ ਨੌਕਸੀ ਦੇ ਵਿੱਚ ਕੰਮ ਕਰਦੇ ਨੇ ਫਿਰ ਇਹਨਾਂ ਦੇ ਸਪਾਊਸ ਪਰਮਿਟ ਅਪਲਾਈ ਕਰ ਸਕਦੇ। ਜੀ ਬ੍ਰੈਂਪਟਨ ਤੋਂ ਉਸ ਤੋਂ ਬਾਅਦ ਆਈਸੀ ਸਰ ਨੇ ਕਿਹਾ ਸੀ ਉਹਨਾਂ ਦੇ ਲੜਕੇ ਨੇ LMIA ਲਈ ਅਪਲਾਈ ਕੀਤਾ ਸੀ ਤੇ ਫਾਈਲ ਨੰਬਰ ਵਗੈਰਾ ਆ ਚੁੱਕਿਆ ਵਰਕ ਪਰਮਿਟ ਲਈ। ਕਾਰਪੈਂਟਰ ਦਾ ਜਿਹੜਾ LMIA ਸੀ ਉਹਦੇ ਬਾਰੇ ਪੁੱਛਣਾ ਚਾਹੁੰਦੇ ਨੇ ਕਿ ਕੀ ਆਪਸ਼ਨਸ ਨੇ, ਕਦੋਂ ਤੱਕ ਅਪਡੇਸ਼ਨ ਆ ਸਕਦੀ ਹੈ? ਦੇਖੋ ਤਰਨ ਜੀ ਜਿਹੜੀਆਂ ਇੰਡੀਆ ਤੋਂ ਪ੍ਰੋਸੈਸ ਹੋ ਰਹੀਆਂ ਨੇ ਵਰਕ ਪਰਮਿਟ ਦੀ ਐਪਲੀਕੇਸ਼ਨਸ ਉਹਦੇ ਵਿੱਚ ਸਾਰੀਆਂ ਚੀਜ਼ਾਂ ਡਿਲੇ ਨੇ ਮੇਜਰ ਰੀਜ਼ਨ ਇਜ਼ ਕੋਵਿਡ ਐਂਡ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਪ੍ਰਾਇੋਰਟੀ ਇਹ ਹੈ ਕਿ ਜਿਹੜੇ ਐਸੈਂਸ਼ੀਅਲਸ ਵਰਕਰਸ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਤੇ ਇਹਨਾਂ ਨੂੰ ਮੈਂ ਅਗੇਨ ਇਹੀ ਰეკਮੈਂਡ ਕਰੂੰਗਾ ਕਿ ਵੀ ਜਿਹੜੀ ਇਹਨਾਂ ਦੇ ਬੇਟੇ ਦੀ ਕੰਪਨੀ ਹੈ ਜਿੱਥੋਂ ਜੌਬ ਆਫਰ ਮਿਲੀ ਹੈ ਇਹਨਾਂ ਨੂੰ LMIA ਤੇ ਉਹਨਾਂ ਤੋਂ ਲੈਟਰ ਲਗਾ ਕੇ ਥਰੂ ਮੈਂਬਰ ਆਫ ਪਾਰਲੀਮੈਂਟ ਦੇ ਆਫਿਸ ਦੇ ਵਿੱਚ ਦੇ ਥਰੂ ਇਮੀਗ੍ਰੇਸ਼ਨ ਨੂੰ ਸਬਮਿਟ ਕਰ ਦੇਣ ਐਂਡ ਹੋਪਫੁਲੀ ਤੁਹਾਨੂੰ ਰਿਪਲਾਈ ਵਿਦਨ ਅ ਮੰਥ ਆ ਜਾਊਗਾ। ਜੇ ਫਿਰ ਵੀ ਕੋਈ ਡਿਫਿਕਲਟੀ ਆਉਂਦੀ ਹੈ ਤੁਸੀਂ ਸਾਡੇ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਹੋ। ਜੀ ਲਾਸਟ ਆਨਸਰ ਸੀ ਜੀ USA ਵਾਲਿਆਂ ਨੇ ਕਾਲ ਕੀਤੀ ਸੀ ਕਿ ਉਹਨਾਂ ਦੇ ਇੰਡੀਆ ਵਿੱਚ ਬੇਟੇ ਨੇ ਅਪਲਾਈ ਕੀਤਾ ਸੀ ਸਟੱਡੀ ਪਰਮਿਟ ਲਈ ਤੇ ਇਮੀਗ੍ਰੇਸ਼ਨ ਵਾਲਿਆਂ ਦਾ ਰਿਪਲਾਈ ਆ ਚੁੱਕਿਆ ਹੈ ਕਿ ਤੁਸੀਂ ਇੰਡੀਆ ਬੈ ਕੇ ਵੀ ਸਟੱਡੀ ਕਰ ਸਕਦੇ ਹੋ, ਇੱਥੇ ਆਉਣ ਦਾ ਪਰਪਸ ਕਲੀਅਰ ਹੋ ਸਕਦਾ। ਜੀ ਇਹਦੇ ਵਿੱਚ ਦੇਖੋ ਜਦੋਂ ਵੀ ਤਰਨ ਜੀ ਜਦੋਂ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਲਗਾਉਣੀ ਆ ਤੇ ਉਹਦੇ ਵਿੱਚ ਤੁਸੀਂ ਸਟੇਟਮੈਂਟ ਆਫ ਪਰਪਸ ਸਬਮਿਟ ਕਰਦੇ ਹੋ ਤੁਹਾਨੂੰ ਸ਼ੋ ਕਰਨਾ ਪੈਂਦਾ ਕਿ ਵੀ ਵਾਈ ਜਿਹੜਾ ਇਹ ਤੁਸੀਂ ਕੋਰਸਸ ਲੈਣ ਜਾ ਰਹੇ ਹੋ ਜਿਹੜਾ ਕੋਰਸਸ ਤੁਸੀਂ ਕਰਨ ਜਾ ਰਹੇ ਹੋ ਇਹਦੇ ਵਿੱਚ ਇਦਾਂ ਦਾ ਕਿਹੜੇ ਫੈਕਟਰਸ ਨੇ ਜਾਂ ਇਦਾਂ ਦੇ ਕਿਹੜੇ ਕੋਰਸਸ ਨੇ ਜਿਹੜੇ ਕਿ ਤੁਹਾਡੇ ਜਿਹੜੇ ਅੱਗੇ ਫਿਊਚਰ ਦੇ ਗੋਲ ਨੇ ਤੁਸੀਂ ਪੁਆਇੰਟ A ਤੋਂ ਲੈ ਕੇ ਪੁਆਇੰਟ C ਤੱਕ ਜੇ ਪਹੁੰਚਣਾ ਹੈਗਾ ਤਾਂ ਇਹ ਕੀ ਇਹ ਪੁਆਇੰਟ B ਹੈਗਾ ਕੀ ਇਹ ਤੁਹਾਡਾ ਪਾਥ ਬਣਦਾ ਹੈਗਾ ਤੁਸੀਂ ਉਸ ਲੈਵਲ ਤੇ ਪਹੁੰਚਣ ਦੇ ਲਈ। ਜੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਕੋਰਸਸ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਇੰਡੀਆ 'ਚ ਅਵੇਲੇਬਲ ਹੋ ਸਕਦਾ ਕੰਟੈਂਟ ਐਂਡ ਐਵਰੀਥਿੰਗ ਸੇਮ ਹੈਗਾ ਤਾਂ ਇਦਾਂ ਦੀਆਂ ਰਿਫਿਊਜ਼ਲਸ ਹੋ ਜਾਂਦੀਆਂ ਨੇ ਪਰ ਇਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਹਨਾਂ ਨੂੰ ਆਈ ਰეკਮੈਂਡ ਕਿ ਵੀ ਪਹਿਲਾਂ ਥਰੂ ਅਗੇਨ ਮੈਂਬਰ ਆਫ ਪਾਰਲੀਮੈਂਟ ਤੋਂ ਵੀ ਪਤਾ ਕਰ ਸਕਦੇ ਨੇ ਨੋਟਸ ਵੀ ਕਢਵਾ ਸਕਦੇ ਨੇ ਐਪਲੀਕੇਸ਼ਨ ਦੇ ਤੁਹਾਨੂੰ ਕਲੀਅਰ ਪਿਕਚਰ ਹੋ ਜੂਗੇ ਕਿ ਕਿੱਥੇ ਪ੍ਰੋਬਲਮ ਆਈ ਆ ਮਾਈਟ ਵੀ ਤੁਸੀਂ ਕੋਰਸ ਹੋਰ ਪਿਕ ਕਰਨਾ ਡਿਫਰੈਂਟ ਹੋ ਸਕਦਾ ਕਿ ਤੁਸੀਂ ਕੋਰਸ ਜਿਹੜਾ ਨਵਾਂ ਅੱਗੇ ਪਿਕ ਕਰੋ ਤੁਸੀਂ ਡਿਫਰੈਂਟ ਪਿਕ ਕਰੋ ਤੇ ਉਹ ਰੈਲੇਵੈਂਟ ਹੋਵੇ ਜੋ ਵੀ ਉਹਨਾਂ ਦਾ ਅੱਗੇ ਕਰੀਅਰ ਦੇ ਵਿੱਚ ਗੋਲ ਹੈਗਾ ਜੋ ਵੀ ਉਹ ਬਣਨਾ ਚਾਹੁੰਦੇ ਨੇ। ਜੇ ਉਹ ਸਾਰਾ ਕੁਝ ਤੁਸੀਂ ਪ੍ਰੋਪਰ ਐਕਸਪਲੇਨ ਕਰਦੇ ਹੋ ਵਿਦ ਨਿਊ ਆਫਰ ਲੈਟਰ then there is very good chances ਕਿ ਵੀ ਹੋ ਸਕਦਾਗਾ। ਬਾਕੀ ਅਗੇਨ ਉਹ ਸਾਡੇ ਆਫਿਸ ਨੂੰ ਵੀ ਕੰਟੈਕਟ ਚਾਹੇ ਸਾਡੇ ਟੋਰਾਂਟੋ ਆਫਿਸ ਨੂੰ ਜਾਂ ਸਾਡੇ ਵਿਨਪੈਗ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਨੇ ਤੇ ਅਸੀਂ ਵੀ ਉਹਨਾਂ ਦੀ ਹੈਲਪ ਕਰਨ ਲਈ ਤਿਆਰ ਹਾਂ। ਜੀ ਬਿਲਕੁਲ। ਤੇ ਸਰ ਸਮਾਂ ਵੀ ਬਹੁਤ ਘੱਟ ਰਹਿ ਗਿਆ, ਮੈਂ ਜ਼ਰੂਰ ਪੁੱਛਣਾ ਚਾਹੂੰਗੀ ਜਿਹੜੇ ਇਸ ਵਕਤ ਫੋਰਨ ਨੈਸ਼ਨਲਸ ਇਸ ਵਕਤ ਕੈਨੇਡਾ ਵਿੱਚ ਮੌਜੂਦ ਨੇ ਚਾਹੇ ਉਹ ਸਟੂਡੈਂਟਸ ਹੋਣ ਵਰਕ ਪਰਮਿਟ ਹੋਲਡਰਸ ਹੋਣ ਤੇ ਜਾਂ ਫਿਰ PG ਵਰਕ ਪਰਮਿਟ ਹੋਵੇ ਉਹਨਾਂ ਦੇ ਕੋਲੇ ਇਸ ਵਕਤ ਇਮੀਗ੍ਰੇਸ਼ਨ ਲਈ PR ਲਈ ਆਪਣੇ ਆਪ ਨੂੰ ਕਿਵੇਂ ਪ੍ਰੀਪੇਅਰ ਕਰ ਸਕਦੇ ਨੇ ਕਿਉਂਕਿ ਅਪਰਚੂਨਿਟੀਜ਼ ਹੁਣ ਅੱਗੇ ਵੀ ਪੋਸੀਬਿਲਿਟੀ ਹੈਗੀ ਹੈ ਕਿ ਉਹਨਾਂ ਨੂੰ ਮਿਲ ਸਕਦੀਆਂ ਨੇ। ਸੋ ਇਸ ਚੀਜ਼ ਦਾ ਗਵਰਨਮੈਂਟ ਜਿਹੜੀ ਇਸ ਵਕਤ ਜਿਹੜਾ ਥੋੜਾ ਜਿਹਾ ਲੀਨੀਅੰਟ ਹੋਈ ਹੈ ਦਾ ਫਾਇਦਾ ਕਿਵੇਂ ਚੁੱਕ ਸਕਦੇ ਨੇ? ਦੇਖੋ ਤਰਨ ਜੀ ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਕਿ ਜਿੱਦਾਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਪ੍ਰਾਇੋਰਟੀਜ਼ ਇਨਸਾਈਡ ਕੈਨੇਡਾ ਹੈਗੇ ਨੇ ਜਿਹੜੇ ਵੀ ਇੰਡੀਵਿਜੂਅਲ ਇੱਥੇ ਲੀਗਲੀ ਤੌਰ ਤੇ ਨੇ ਤੇ ਸਟੂਡੈਂਟਸ ਦੀ ਆਪਾਂ ਆਲਰੇਡੀ ਡਿਸਕਸ ਕਰ ਲਿਆ ਕਿ ਸਟੂਡੈਂਟ PGWP ਵਾਲੇ ਐਕਸਪ੍ਰੈਸ ਐਂਟਰੀ ਕਰ ਸਕਦੇ ਨੇ ਜੇ ਉਹਦੇ ਵਿੱਚ ਨਹੀਂ ਕੋਈ ਪੋਸੀਬਿਲਿਟੀ ਬਣਦੀ ਉਹ ਪ੍ਰੋਵਿੰਸ਼ੀਅਲ ਨੋਮਨੀ ਨੂੰ ਵੀ ਆਪਟ ਕਰ ਸਕਦੇ ਨੇ ਬਟ ਆਈ ਸਟਰੋਂਗਲੀ ਰეკਮੈਂਡ ਸਟੂਡੈਂਟਸ ਨੂੰ LMIA ਵਾਲੇ ਆਪਸ਼ਨ ਵੱਲ ਬਿਲਕੁਲ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿ ਵਿਦਆਊਟ LMIA ਵੀ ਤੁਹਾਡਾ ਡੈਫੀਨਿਟਲੀ ਤੁਹਾਡੇ ਚਾਂਸਸ ਹੈਗੇ ਨੇ ਤੁਹਾਡੀ ਇਮੀਗ੍ਰੇਸ਼ਨ ਹੋ ਸਕਦੀ ਹੈ। ਪਰ ਦੂਸਰੇ ਪਾਸੇ ਤਰਨ ਜੀ ਜਿਹੜੀ ਆਪਾਂ ਗੱਲ ਕਰੀਏ ਕਿ ਵੀ ਜਿਹੜੇ ਵਿਜ਼ਿਟਰ ਰਹਿ ਗਏ ਨੇ ਕਿਉਂਕਿ ਵਿਜ਼ਿਟਰ ਪਾਸ ਦੇ ਵਿੱਚ ਕਾਫੀ ਆਏ ਸੀ ਤੇ ਕੋਵਿਡ ਕਰਕੇ ਕਈਆਂ ਨੂੰ 1 ਸਾਲ ਹੋ ਗਿਆ ਕਿਸੇ ਨੂੰ 1.5 ਸਾਲ ਹੋ ਗਿਆ ਇੱਥੇ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਕੈਨੇਡਾ ਦੇ ਲਾਈਫ ਸਟਾਈਲ ਤੋਂ ਬੜੇ ਫੈਮਿਲੀਅਰ ਹੋ ਗਏ ਨੇ ਤੇ ਉਹ ਚਾਹੁੰਦੇ ਨੇ ਵੀ ਜੇ ਕੋਈ ਮੇਰਾ ਇੱਥੇ ਆਪਸ਼ਨ ਬਣ ਸਕੇ ਕੈਨੇਡਾ ਦੇ ਵਿੱਚ ਮੈਂ ਪ੍ਰੈਫਰ ਕਰੂੰਗਾ। ਜੀ ਯੈਸ ਡੈਫੀਨਿਟਲੀ ਉਹਨਾਂ ਦਾ ਹੋ ਸਕਦਾਗਾ ਨੰਬਰ 1 ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਜੇ ਉਹਨਾਂ ਦੇ 67 ਪੁਆਇੰਟ ਬਣਦੇ ਨੇ ਇੱਕ ਤਾਂ ਉਹ ਆਪਸ਼ਨ ਡੈਫੀਨਿਟਲੀ ਹੈਗਾ ਤੇ ਉਸ ਤੋਂ ਬਾਅਦ ਜੀ ਮੈਂ ਉਹਨਾਂ ਨੂੰ ਰეკਮੈਂਡ ਕਰਦਾ ਕਿ ਵੀ ਜੇ ਉਹ ਤੁਸੀਂ 67 ਪੁਆਇੰਟ ਨਹੀਂ ਮੀਟ ਕਰ ਰਹੇ ਲੈਟਸ ਸੇ ਤੁਸੀਂ +2 ਕੀਤੀ ਹੋਈ ਆ ITI ਕੀਤੀ ਹੋਈ ਆ ਤੁਹਾਡੇ ਬੈਂਡ ਘੱਟ ਨੇ ਤੇ ਤੁਹਾਡੀ ਸਪਾਊਸ ਘੱਟ ਪੜੀ ਹੋਈ ਆ ਤੇ ਮੈਂ ਰეკਮੈਂਡ ਕਰਦਾ ਕਿ ਵੀ ਤੁਸੀਂ ਉਹਦੇ ਵਿੱਚ
ਐਟਲੀਸਟ ਮਿਨੀਮਮ ਪਾਈਪਲਾਈਨ ਚ ਆ ਜਾਓ ਜਿਹਦੇ ਵਿੱਚ ਤੁਹਾਡੇ ਚਾਂਸਸ ਹੋਣ ਕਿ ਵੀ ਅੱਗੇ ਜਾ ਕੇ ਤੁਸੀਂ ਪੀਆਰ ਹੋ ਜਾਓ। ਜਦੋਂ ਪਾਈਪਲਾਈਨ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਦੋ ਤਰੀਕੇ ਦੇ ਹੋ ਸਕਦੇ ਨੇ, ਜਾਂ ਤਾਂ ਤੁਸੀਂ ਸਟੱਡੀ ਪਰਮਿਟ ਬੇਸਡ ਔਨ ਤੁਹਾਡੀ ਐਜੂਕੇਸ਼ਨ ਕਰਨਾ ਚਾਹੁੰਦੇ ਹੋ। ਸਟੱਡੀ ਪਰਮਿਟ ਦੇ ਵਿੱਚ ਆਮ ਤੌਰ ਤੇ ਆਪਣੇ ਇੰਡੀਅਨ ਕਮਿਊਨਿਟੀ ਚ ਆਪਣੇ ਪੰਜਾਬੀ ਜਿਹੜੇ ਐਪਲੀਕੈਂਟ ਉਹਨਾਂ ਨੂੰ ਦਿੱਕਤ ਹੁੰਦੀ ਹੈ ਜੀ ਮੈਂ ਆਲਸ ਨਹੀਂ ਕਰ ਸਕਦਾ। ਉਹਦੇ ਵੀ ਆਪਸ਼ਨਸ ਹੁੰਦੇ ਨੇ ਕਿ ਵੀ ਤੁਹਾਨੂੰ ਆਲਸ ਨਹੀਂ ਕਰਨ ਦੀ ਲੋੜ ਹੈਗੀ। ਤੁਸੀਂ ਇੰਗਲਿਸ਼ ਦਾ ਇੱਕ ਪਾਥਵੇ ਪ੍ਰੋਗਰਾਮ ਹੁੰਦਾ ਜਿਹੜਾ 2 ਜਾਂ 3 ਮਹੀਨੇ ਦਾ ਹੁੰਦਾ, ਡਿਪੈਂਡ ਕਰਦਾ ਤੁਹਾਡਾ ਇੰਗਲਿਸ਼ ਦਾ ਕੀ ਲੈਵਲ ਹੈਗਾ। ਉਸ ਤੋਂ ਬਾਅਦ ਤੁਸੀਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਇਨਲੈਂਡ ਅਪਲਾਈ ਕਰ ਸਕਦੇ ਹੋ ਜਿਹਦੀ ਸਕਸੈਸ ਰੇਟ ਬਹੁਤ ਜ਼ਿਆਦਾ ਹੈਗੀ ਹੈ। ਤੇ ਜਦੋਂ ਤੁਹਾਡੇ ਕੋਲ ਇੱਕ ਪਾਰਟਨਰ ਕੋਲ ਸਟੱਡੀ ਪਰਮਿਟ ਆ ਜਾਂਦਾ ਤੇ ਦੂਸਰਾ ਪਾਰਟਨਰ ਓਪਨ ਵਰਕ ਪਰਮਿਟ ਤੇ ਜਾ ਸਕਦਾ ਹੈਗਾ। ਡਿਪੈਂਡ ਕਾਲਜ ਕਮਿਊਨਿਟੀ ਕਾਲਜ ਹੈਗਾ ਜਾਂ ਮੌਂਟਰੀਅਲ ਦੇ ਵਿੱਚ ਪ੍ਰਾਈਵੇਟ ਕਾਲਜਸ ਵੀ ਫਾਈਨ ਨੇ ਬਿਕਾਜ਼ ਉੱਥੇ CAQ ਦੀ ਜ਼ਰੂਰਤ ਹੁੰਦੀ ਹੈ। ਤੇ ਜਦੋਂ ਇੱਕ ਸਪਾਊਸ ਕੋਲੇ ਓਪਨ ਵਰਕ ਪਰਮਿਟ ਆ ਗਿਆ ਦੈਨ देयर इज ਵੈਰੀ ਗੁੱਡ ਚਾਂਸਸ ਕਿ ਵੀ ਪ੍ਰੋਵਿੰਸ਼ੀਅਲ ਨੋਮਨੀ ਦੇ ਲਈ ਉਹ ਦੂਸਰੇ ਸਪਾਊਸ ਦੇ ਰਾਹੀਂ ਪ੍ਰੋਵਿੰਸ਼ੀਅਲ ਨੋਮਨੀ ਲੈ ਕੇ PR ਦਾ ਰਸਤਾ ਲਿਆ ਜਾ ਸਕਦਾ। ਇੱਕ ਤਾਂ ਇਹ ਰਸਤਾ ਤਰਨ ਜੀ ਬੰਦਾ ਹੈ ਤੇ ਦੂਸਰਾ ਹੈ ਜੇ ਲੈਟਸ ਸੇ ਕਿਸੇ ਕੋਲੇ ਐਕਸਪੀਰੀਅੰਸ ਆ, ਕੁਕਿੰਗ ਦਾ ਐਕਸਪੀਰੀਅੰਸ ਹੈ, ਇੰਡੀਅਨ ਦੇ ਤੰਦੂਰੀ ਕੁੱਕ ਨੇ ਜਾਂ ਉਹਨਾਂ ਦਾ ਕੋਈ ਇਦਾਂ ਦਾ ਐਕਸਪੀਰੀਅੰਸ ਆ ਜਿਹੜਾ ਈਜ਼ੀਲੀ ਅਵੇਲੇਬਲ ਨਹੀਂ ਹੁੰਦਾ, ਤਾਂ देयर आर lots of employers are looking for that kind of skills। ਤੇ ਤੁਸੀਂ jobbank.gc.ca ਤੇ ਜਾ ਕੇ ਦੇਖ ਸਕਦੇ ਹੋ, ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਤੇ देयर इज ਚਾਂਸਸ ਕਿ ਤੁਹਾਨੂੰ ਉਹ LMIA ਬੇਸਡ ਵਰਕ ਪਰਮਿਟ ਵੀ ਮਿਲ ਸਕਦਾ ਹੈ। ਇਸ ਤੋਂ ਬਿਨਾਂ LMIA ਤੋਂ ਬਿਨਾਂ ਵੀ LMIA ਇੱਕ ਐਗਜ਼ੈਂਪਟ ਵਰਕ ਪਰਮਿਟ ਵੀ ਹੁੰਦੇ ਨੇ। ਫੋਰ ਐਗਜ਼ਾਮਪਲ ਲੈਟਸ ਸੇ ਕੋਈ ਇੰਡੀਆ ਦੇ ਵਿੱਚ ਗ੍ਰੰਥੀ ਸਿੰਘ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਲਈ ਜੌਬ ਕਰਨਾ ਚਾਹੁੰਦਾ ਤੇ ਗ੍ਰੰਥੀ ਸਿੰਘ ਬਣਨਾ ਚਾਹੁੰਦਾ ਜਾਂ ਤਬਲਾ ਵਾਚਕ ਬਣਨਾ ਚਾਹੁੰਦਾ ਜਾਂ ਕੀਰਤਨੀਆ ਹੈਗਾ ਕੀਰਤਨ ਕਰਨਾ ਚਾਹੁੰਦਾ ਜਾਂ ਮੰਦਿਰ ਦੇ ਵਿੱਚ ਪੁਜਾਰੀ ਬਣਨਾ ਚਾਹੁੰਦਾ, ਉਹਨਾਂ ਦੀ ਉਦਾਂ ਦੀ ਬੈਕਗ੍ਰਾਉਂਡ ਹੈਗੀ ਆ, ਤਾਂ ਇਦਾਂ ਦੀਆਂ ਜਿਹੜੀਆਂ ਕੈਟਾਗਰੀਜ਼ ਨੇ ਸਾਰੀਆਂ LMA ਐਗਜ਼ੈਂਪਟ ਨੇ। ਇਹਦੇ ਵਿੱਚ ਕਿਸੇ LMIA ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਜੌਬ ਲੈਟਰ ਦੇ ਨਾਲ ਵਿਦਆਊਟ LMIA ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਤੇ ਉਹਦੇ ਵਿੱਚ ਅੱਗੇ ਜਾ ਕੇ ਡਿਪੈਂਡ ਕਰਦਾ ਤੁਹਾਡੀ ਏਜ ਕੀ ਹੈ, ਐਜੂਕੇਸ਼ਨ ਕੀ ਹੈ, ਤੇ ਉਹ देयर इज ਚਾਂਸਸ ਕਿ ਵੀ ਉਹ ਤੁਹਾਨੂੰ ਲੀਡ ਕਰ ਲੂਗਾ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਵੱਲ। ਜੀ ਬਿਲਕੁਲ। ਤੇ ਸਰ ਹੁਣ ਆਪਣਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਹਾਲਾਂਕਿ ਹਜੇ ਵੀ ਕਾਲਸ ਆ ਰਹੀਆਂ ਨੇ। ਦਰਸ਼ਕਾਂ ਨੂੰ ਇਹੀ ਕਵਾਂਗੇ ਕਿ ਹੁਣ ਸਟੂਡੀਓ ਵਿੱਚ ਕਾਲ ਕਰਨ ਦੀ ਜਗ੍ਹਾ ਤੁਸੀਂ ਮਿਸਟਰ ਜ਼ੋਰਾ ਕੈਂਥ ਨੂੰ ਉਹਨਾਂ ਦੇ ਅਲੱਗ-ਅਲੱਗ ਫੋਨ ਨੰਬਰਸ ਅਸੀਂ ਪ੍ਰੋਵਾਈਡ ਕਰਵਾਏ ਹੋਏ ਨੇ, ਉੱਥੇ ਕਾਲ ਕਰ ਸਕਦੇ ਹੋ। ਜ਼ੋਰਾ ਜੀ, ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਤਰਨ ਜੀ, ਗੱਲ ਕਲੀਅਰ ਹੈ ਕਿ ਵੀ ਕੈਨੇਡੀਅਨ ਇਮੀਗ੍ਰੇਸ਼ਨ ਤੁਹਾਨੂੰ ਚਾਹ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਕੋਲੇ ਜਿਹੜੇ ਟਾਰਗੇਟ ਨੇ ਉਹ ਅਚੀਵ ਨਹੀਂ ਹੋ ਰਹੇ, ਉਹਦੇ ਕਾਰਨ ਨੇ ਕੋਵਿਡ। ਤੇ ਜੇ ਤੁਸੀਂ ਕੋਈ ਵੀ ਸੋਚ ਰਿਹਾ ਕਿ ਮੈਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ, ਮੈਂ ਤੇ ਵਿਜ਼ਿਟਰ ਹੈਗਾਗਾ ਤੇ ਮੈਂ ਵਰਕ ਪਰਮਿਟ ਤੇ ਮੇਰਾ ਵਰਕ ਪਰਮਿਟ ਬੌਂਡਡ ਹੈਗਾਗਾ, ਉਹ ਚੋਂ ਨਿਕਲਣਾ ਚਾਹੁੰਦਾ, ਜਾਂ ਮੇਰੀ PR ਨਹੀਂ ਹੋ ਰਹੀ, ਮੈਂ ਓਨਟਾਰੀਓ ਦੇ ਵਿੱਚ ਬੈਠਾ, ਮੈਂ BC ਦੇ ਵਿੱਚ ਬੈਠਾ ਜਾਂ ਅਲਬਰਟਾ 'ਚ ਬੈਠਾਗਾ, ਪਲੀਜ਼ ਸਾਡੇ ਆਫਿਸ ਨੂੰ ਇੱਕ ਵਾਰ ਕੰਟੈਕਟ ਕਰ ਲਓ ਐਂਡ ਅਸੀਂ ਤੁਹਾਨੂੰ ਇੱਕ ਪ੍ਰੋਪਰ ਪਾਥ ਸਮਝਾ ਦਾਂਗੇ ਕਿ ਵੀ ਦਿਸ ਇਜ਼ ਦਾ ਵੇ ਟੂ ਫੋਲੋ ਐਂਡ ਉਸ ਤੋਂ ਬਾਅਦ ਤੁਸੀਂ ਉਹਨੂੰ ਫੋਲੋ ਕਰਦੇ ਹੋ there is a definitely chance ਕਿ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਲੈ ਸਕਦੇ। ਜੀ ਬਿਲਕੁਲ। ਤੇ ਸਰ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ, ਕਿੱਥੇ ਆਫਿਸਸ ਨੇ ਤੇ ਕਿਵੇਂ ਕੰਟੈਕਟ ਕੀਤਾ ਜਾ ਸਕਦਾ? ਸਾਡਾ ਟੋਰਾਂਟੋ ਦੇ ਵਿੱਚ ਤਰਨ ਜੀ ਆਫਿਸ ਹੈਗਾ ਮਿਸਿਸਾਗਾ ਦੇ ਵਿੱਚ, ਯੂਨਿਟ 149 2960 ਡਰੂ ਰੋਡ, ਮਾਰਕਰ ਘਰ ਦੇ ਬਿਲਕੁਲ ਨਾਲ। ਉਹਨੂੰ ਗ੍ਰੇਟ ਪੰਜਾਬ ਸੈਂਟਰ ਕਹਿੰਦੇ ਨੇ। ਉੱਥੇ ਸਾਡੇ ਮੈਨੇਜਰ ਮੈਡਮ ਜਸਪ੍ਰੀਤ ਪੜ੍ਹਦੇ ਨੇ ਤੇ ਬਾਕੀ ਸਾਡਾ ਸਟਾਫ ਹੈਗਾ। ਇੱਥੇ ਵਿਨਿਪੈਗ ਆਫਿਸ ਦੇ ਵਿੱਚ ਆਮ ਤੌਰ ਤੇ ਮੈਂ ਵੀ ਅਵੇਲੇਬਲ ਹੁੰਦਾ, ਬਟ ਇਸ ਤੋਂ ਬਿਨਾਂ ਮਿਸਟਰ ਸੀ ਮੈਡਮ ਨਵਦੀਪ ਮੈਨੇਜਰ ਨੇ ਤੇ ਉਹ ਡੀਲ ਕਰਦੇ ਨੇ। ਤੁਸੀਂ ਸਾਡੇ ਟੋਰਾਂਟੋ ਦੇ ਆਫਿਸ ਨੰਬਰ ਹੈਗਾ ਜੀ 416 278 4449 416 278 449 ਤੇ ਸਾਡੇ ਵਿਨਿਪੈਗ ਆਫਿਸ ਦਾ ਨੰਬਰ ਹੈਗਾ ਜੀ 204 295 4449 204 295 4449। ਇਸ ਤੋਂ ਬਾਅਦ ਬਿਨਾਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ wgimmigration@yahoo.com। ਤੇ ਲਾਸਟ ਵਿੱਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਤਰਨ ਜੀ ਕਿ ਵੀ ਆਮ ਤੌਰ ਤੇ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਵੀ ਅਸੀਂ ਕਾਲ ਕਰ ਰਹੇ ਹਾਂ, ਸਾਡੀ ਕਾਲ ਦਾ ਜਵਾਬ ਨਹੀਂ ਆ ਰਿਹਾ। ਸਾਡੇ ਆਫਿਸ ਦੇ ਵਿੱਚ ਇੱਕ ਪਾਲਿਸੀ ਇਨ ਇਫੈਕਟ ਹੈਗੀ ਹੈ ਕਿ ਵੀ ਜਦੋਂ ਵੀ ਤੁਸੀਂ ਮੈਸੇਜ ਛੱਡ ਦੋਗੇ ਰਿਸੈਪਸ਼ਨ ਦੇ ਉੱਪਰ, ਤੁਹਾਨੂੰ 6 ਵਜੇ ਤੋਂ ਬਾਅਦ ਵਿਨਿਪੈਗ ਟਾਈਮ ਤੋਂ ਬਾਅਦ 6 ਤੋਂ ਲੈ ਕੇ 7 ਵਜੇ ਦੇ ਵਿਚਕਾਰ ਡੈਫੀਨਿਟਲੀ ਸਾਡੇ ਆਫਿਸ 'ਚੋਂ ਕਾਲ ਬੈਕ ਆਊਗੀ। ਜੀ ਬਿਲਕੁਲ। ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿੱਚ ਬਣਨ ਲਈ, ਸਾਰੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ, ਨਾਲ ਨਵੀਂ ਜਾਣਕਾਰੀ ਦੇਣ ਲਈ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਸੋ ਮਚ ਤਰਨ ਜੀ। ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸੋ ਤੁਹਾਡਾ ਕੋਈ ਸਵਾਲ ਹੈਗਾ, ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਪ੍ਰੋਗਰਾਮ 'ਚ ਅਸੀਂ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹੁੰਦੇ ਹਾਂ। ਸੋ ਮਿਸਟਰ ਜ਼ੋਰਾ ਕੈਂਥ ਤੋਂ ਤੁਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਦੀਆਂ, ਤਾਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਧੰਨਵਾਦ। ਮਰਗਿੰਨਾ ਜੀ ਹਾਜ਼ਰ ਹੋ ਰਹੇ ਨੇ ਲੈ ਕੇ ਪ੍ਰੋਗਰਾਮ ਹਮਦਰਦ ਟਾਊਨ ਹਾਲ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।